ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਆਪ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੰਗ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 20 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 21ਵੀਂ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ। ਇਸ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ, ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1245 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪਹਿਲਾ। ਸੱਚ ਵਰਤ ਸੰਤੋਖ ਤੀਰਥ, ਗਿਆਨ ਧਿਆਨ ਇਸਨਾਨ, ਦਇਆ ਦੇਵਤਾ, ਖਿਮਾ ਜਪਮਾਲੀ ਤੇ ਮਾਨਸ ਪ੍ਰਧਾਨ। ਗੁਰੂ ਪਾਤਸ਼ਾਹ ਜੀ ਇਸ ਸ਼ਲੋਕ ਰਾਹੀਂ ਵਰਤ, ਤੀਰਥ ਇਸ਼ਨਾਨ, ਦੇਵ ਪੂਜਾ, ਮਾਲਾ, ਧੋਤੀ, ਚੌਂਕਾ, ਤਿਲਕ ਆਦਿਕ ਜੋ ਬਾਹਰਲੇ ਕਰਮ ਨੇ, ਇਹਨਾਂ ਨੂੰ ਛੱਡ ਕੇ ਇਹਨਾਂ ਦੀ ਜਗ੍ਹਾ ਤੇ ਸਦਾਚਾਰੀ ਗੁਣ ਪ੍ਰਾਪਤ ਕਰਨ ਦੀ ਤਾਕੀਦ ਕਰ ਰਹੇ ਨੇ। ਥਿੱਤਾਂ, ਵਾਰਾਂ, ਵਰਤਾਂ ਦੀ ਥਾਂ ਤੇ ਅਮਲੀ ਤੌਰ ਤੇ ਨੇਕੀ ਵਾਲੀ ਜ਼ਿੰਦਗੀ ਜਿਹੜੀ ਹੈ ਉਹ ਸਾਨੂੰ ਜੀਣੀ ਚਾਹੀਦੀ ਹੈ, ਤਾਂ ਸਾਡੇ ਜੀਵਨ ਦੇ ਅੰਦਰ ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਆ ਸਕਦੀ ਹੈ ਔਰ ਤਾਂ ਹੀ ਸਾਡਾ ਆਪਣਾ ਵੀ, ਪਰਿਵਾਰਾਂ ਦਾ ਵੀ ਔਰ ਇਸ ਸਮਾਜ ਦਾ ਵੀ ਭਲਾ ਹੋ ਸਕਦਾ ਹੈ। ਸੱਚ ਵਰਤ ਸੰਤੋਖ ਤੀਰਥ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਮਨੁੱਖਾਂ ਨੇ ਸੱਚ ਨੂੰ ਵਰਤ ਬਣਾਇਆ ਹੈ, ਯਾਨੀ ਸੱਚ ਬੋਲਣ ਦਾ ਪ੍ਰਣ ਲਿਆ ਹੈ। ਆਮ ਲੋਕ ਮੰਗਲਵਾਰ ਦਾ, ਬੁੱਧਵਾਰ ਦਾ ਜਾਂ ਵੀਰਵਾਰ ਦਾ ਵਰਤ ਰੱਖਦੇ ਨੇ, ਹੋਰ ਨਰਾਤੇ ਆਦਿਕ ਨੇ, ਹੋਰ ਕਈ ਕਿਸਮ ਦੇ ਵਰਤ ਵਗੈਰਾ ਵੇਖੇ ਜਾਂਦੇ ਨੇ ਕਿ ਸ਼ਾਇਦ ਇਹ ਵਰਤ ਆਦਿਕ ਰੱਖਣ ਦੇ ਨਾਲ ਸਾਡੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਆਏਗੀ। ਤਾਂ ਗੁਰੂ ਪਾਤਸ਼ਾਹ ਜੀ ਇੱਥੇ ਸਮਝਾ ਰਹੇ ਨੇ ਕਿ ਸੱਚ ਨੂੰ ਆਪਣੀ ਜ਼ਿੰਦਗੀ ਦਾ ਵਰਤ ਬਣਾਓ, ਸੱਚ ਬੋਲਣ ਦਾ ਪ੍ਰਣ ਲਓ, ਸੱਚ ਬੋਲਣ ਦੀ ਪ੍ਰਤੀਗਿਆ ਕਰੋ। ਸੰਤੋਖ ਤੀਰਥ, ਔਰ ਜਿਨ੍ਹਾਂ ਨੇ ਸੰਤੋਖ ਨੂੰ ਤੀਰਥ ਬਣਾਇਆ ਹੈ, ਸੰਤੋਖ ਨੂੰ ਤੀਰਥ ਬਣਾਓ ਆਪਣੀ ਜ਼ਿੰਦਗੀ ਵਿੱਚ। ਆਮ ਤੌਰ ਤੇ ਵੇਖਦੇ ਹਾਂ ਕਿ ਤੀਰਥਾਂ ਤੇ ਇਸ਼ਨਾਨ ਕਰਨ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਔਰ ਸੋਚਿਆ ਜਾਂਦਾ ਹੈ ਕਿ ਸ਼ਾਇਦ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਸਾਡੇ ਜੀਵਨ ਦੇ ਅੰਦਰ ਸੁਖ ਸ਼ਾਂਤੀ ਆਏਗੀ ਔਰ ਜੀਵਨ ਬਦਲੇਗਾ। ਲੇਕਿਨ ਤੀਰਥਾਂ ਦੇ ਉੱਤੇ ਬਾਹਰੀ ਤੌਰ ਤੇ ਇਸ਼ਨਾਨ ਕਰਨ ਦੇ ਨਾਲ ਕਦੇ ਵੀ ਅੰਦਰ ਦੇ ਹਾਲਾਤ ਬੰਦੇ ਦੇ ਨਹੀਂ ਬਦਲਦੇ, ਅੰਦਰ ਦੀ ਸੋਚ ਨਹੀਂ ਬਦਲਦੀ, ਕਿਉਂਕਿ ਸੋਚ ਮੈਲੀ ਹੈ ਤਾਂ ਸਾਰਾ ਕੁਝ ਮੈਲਾ ਹੈ। ਮਨ ਮੈਲੇ ਸਭ ਕੁਝ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਤਾਂ ਸੰਤੋਖ ਹੀ ਅਸਲ ਤੀਰਥ ਹੈ। ਗਿਆਨ ਧਿਆਨ ਇਸਨਾਨ। ਗਿਆਨ ਦਾ ਮਤਲਬ ਪ੍ਰਭੂ ਦੇ ਨਾਲ ਸਾਂਝ, ਜੀਵਨ ਮਨੋਰਥ ਦੀ ਸਮਝ, ਕਿ ਆਤਮਿਕ ਜੀਵਨ ਦੀ ਸਮਝ ਹੋਵੇ। ਜ਼ਿੰਦਗੀ ਦਾ ਮਨੋਰਥ ਕੀ ਹੈ, ਅਸੀਂ ਜ਼ਿੰਦਗੀ ਕਾਹਦੇ ਵਾਸਤੇ ਜੀ ਰਹੇ ਹਾਂ, ਜੀਵਨ ਦੀ ਅਸਲੀਅਤ ਦਾ ਗਿਆਨ ਹੋਵੇ, ਰੱਬੀ ਗੁਣਾਂ ਦੇ ਨਾਲ ਸਾਂਝ ਹੋਵੇ। ਤੇ ਧਿਆਨ ਦਾ ਮਤਲਬ ਸੁਰਤ ਜਿਹੜੀ ਹੈ ਉਹ ਪ੍ਰਭੂ ਦੇ ਗੁਣਾਂ ਨਾਲ ਲੱਗੀ ਰਹੇ, ਲਗਨ ਜਿਹੜੀ ਹੈ। ਇੱਥੇ ਸੁਰਤ ਦਾ ਮਤਲਬ ਸਮਾਧੀ ਲਾਣੀ ਨਹੀਂ, ਲਗਨ। ਜੋ ਲਗਨ ਹੈ, ਸੁਰਤ ਹੈ, ਉਹ ਰੱਬੀ ਗੁਣਾਂ ਦੇ ਅੰਦਰ ਹੋਵੇ। ਇਸ ਗਿਆਨ ਔਰ ਧਿਆਨ ਨੂੰ ਇਸ਼ਨਾਨ ਬਣਾਇਆ ਜਾਏ, ਯਾਨੀ ਰੱਬੀ ਗੁਰੂ ਦੇ ਗਿਆਨ ਦੇ ਨਾਲ ਆਪਣੀ ਸੁਰਤ ਦਾ ਇਸ਼ਨਾਨ ਕਰਾਇਆ ਜਾਏ, ਆਪਣੀ ਮੱਤ ਨੂੰ ਧੋਤਾ ਜਾਏ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਤਾਂ ਜਿਨ੍ਹਾਂ ਮਨੁੱਖਾਂ ਨੇ ਸੱਚ ਨੂੰ ਵਰਤ ਬਣਾਇਆ, ਭਾਵ ਸੱਚ ਧਾਰਨ ਕਰਨ ਦਾ ਪ੍ਰਣ ਲਿਆ, ਸੰਤੋਖ ਜਿਨ੍ਹਾਂ ਦਾ ਤੀਰਥ ਹੈ, ਜੀਵਨ ਮਨੋਰਥ ਦੀ ਸਮਝ ਔਰ ਪ੍ਰਭੂ ਚਰਨਾਂ ਦੇ ਵਿੱਚ ਲਗਨ ਲਾਣਾ, ਜਿਨ੍ਹਾਂ ਨੇ ਤੀਰਥ ਇਸ਼ਨਾਨ ਸਮਝਿਆ ਹੈ। ਅਗਲਾ ਉਪਦੇਸ਼ ਕਰਦੇ ਨੇ, ਦਇਆ ਦੇਵਤਾ, ਖਿਮਾ ਜਪਮਾਲੀ ਤੇ ਮਾਨਸ ਪ੍ਰਧਾਨ। ਜਿਨ੍ਹਾਂ ਨੇ ਦਇਆ ਨੂੰ ਦੇਵਤਾ ਬਣਾਇਆ ਹੈ। ਆਮ ਅਸੀਂ ਦੇਖਦੇ ਹਾਂ ਚੰਦਰ ਦੇਵਤਾ, ਸੂਰਜ ਦੇਵਤਾ ਜਾਂ ਇੰਦਰ ਦੇਵਤਾ ਜਾਂ ਹੋਰ ਬਹੁਤ ਸਾਰੇ ਦੇਵਤੇ ਨੇ, ਲੋਕ ਉਹਨਾਂ ਦੀ ਪੂਜਾ ਕਰਦੇ ਨੇ, ਮੱਥੇ ਟੇਕਦੇ ਨੇ, ਸੁਖਨਾਵਾਂ ਸੁਖਦੇ ਨੇ। ਲੇਕਿਨ ਜ਼ਿੰਦਗੀ ਦੇ ਅੰਦਰ ਦਇਆ ਨਹੀਂ ਹੈ, ਜੀਵਨ ਦੇ ਅੰਦਰ ਪਿਆਰ ਨਹੀਂ ਹੈ, ਕਿਸੇ ਦੇ ਦੁੱਖ ਨੂੰ ਵੇਖ ਕੇ ਦਿਲ ਪਸੀਜਦਾ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਦਇਆ ਨੂੰ ਆਪਣੇ ਜੀਵਨ ਦਾ ਦੇਵਤਾ ਬਣਾਓ, ਆਪਣੀ ਜ਼ਿੰਦਗੀ ਦੇ ਅੰਦਰ ਦਇਆ ਪੈਦਾ ਕਰੋ। ਦਇਆ ਤੋਂ ਸੇਵਾ ਦਾ ਜਨਮ ਹੋਵੇਗਾ। ਜਿਸ ਦੇ ਅੰਦਰ ਦਇਆ ਭਾਵ ਹੋਏਗੀ, ਉਹ ਕਿਸੇ ਦੂਜੇ ਦਾ ਸਹਿਯੋਗ ਕਰੇਗਾ। ਹੁਣ ਜੇ ਮਨੁੱਖ ਦੇ ਜੀਵਨ ਦੇ ਅੰਦਰ ਦਇਆ ਹੋਵੇ ਨਾ, ਦਇਆ,
ਤਾਂ ਕੋਈ ਮਨੁੱਖ ਆਪਣੇ ਬੱਚਿਆਂ ਤੋਂ ਦੂਰ ਨਹੀਂ ਜਾਏਗਾ, ਬੱਚੇ ਮਾਪਿਆਂ ਤੋਂ ਦੂਰ ਨਹੀਂ ਜਾਣਗੇ, ਕੋਈ ਬੰਦਾ ਫਿਰ ਰਿਸ਼ਵਤ ਨਹੀਂ ਲਏਗਾ, ਚੋਰ ਬਜ਼ਾਰੀ ਖਤਮ ਹੋ ਜਾਏਗੀ, ਕਤਲੋ ਗਾਰਤ ਖਤਮ ਹੋ ਜਾਏਗੀ ਜੇ ਬੰਦੇ ਦੀ ਜ਼ਿੰਦਗੀ ਅੰਦਰ ਦਇਆ ਹੋਏ। ਤਾਂ ਦਇਆ ਨੂੰ ਜਿਨ੍ਹਾਂ ਨੇ ਦੇਵਤਾ ਬਣਾਇਆ। ਖਿਮਾ ਜਪਮਾਲੀ, ਜਪਮਾਲੀ ਦਾ ਮਤਲਬ ਹੁੰਦਾ ਹੈ ਮਾਲਾ। ਬਹੁਤ ਸਾਰੇ ਲੋਕ ਨੇ ਮਾਲਾ ਫੇਰਨ ਨੂੰ ਬਹੁਤ ਚੰਗਾ ਸਮਝਦੇ ਨੇ, ਫਿਰ ਅਲੱਗ-ਅਲੱਗ ਕਿਸਮ ਦੀਆਂ ਮਾਲਾਵਾਂ ਨੇ, ਕਿਸੇ ਨੇ ਸੂਤਰ ਦੀ ਮਾਲਾ ਬਣਾਈ ਹੈ, ਕਿਸੇ ਨੇ ਰੁਦਰਾਕਸ਼ ਦੀ, ਅੱਜ ਕੱਲ੍ਹ ਲੋਕੀ ਸੋਨੇ ਦੀ ਮਾਲਾ ਬਣਾ ਰਹੇ ਨੇ। ਤਾਂ ਮਾਲਾ ਜਿਹੜੀ ਹੈ ਖਿਮਾ, ਖਿਮਾ ਦਾ ਮਤਲਬ ਸਹਿਨਸ਼ੀਲਤਾ, ਮੁਆਫੀ ਮੰਗ ਲੈਣੀ ਔਰ ਮੁਆਫ ਕਰ ਦੇਣਾ, ਕਿਸੇ ਦੀ ਗੱਲ ਨੂੰ ਸਹਾਰ ਲੈਣਾ, ਸਹਿਨਸ਼ੀਲਤਾ ਆਪਣੇ ਅੰਦਰ ਪੈਦਾ ਕਰਨੀ। ਇਹ ਮਾਲਾ ਬਣਾਓ। ਮੇਰੀ ਮਾਲਾ ਫੇਰਨ ਦੇ ਨਾਲ ਕੁਝ ਨਹੀਂ ਹੋਣਾ ਹੈ। ਮਾਲਾ ਫੇਰਤ ਜੁਗ ਗਏ, ਗਿਆ ਨਾ ਮਨ ਕਾ ਫੇਰ, ਕਰ ਕਾ ਮਨ ਕਾ ਡਾਰ ਦੇ। ਮਨ ਕਾ ਫੇਰ, ਇਹ ਪਾਵਨ ਸ਼ਬਦ ਬਚਨ ਨੇ ਕਿ ਬਾਣੀ ਤੋਂ ਬਾਹਰ ਦਾ ਹੈ ਦੋਹਾ, ਇਹ ਗੁਰਬਾਣੀ ਦਾ ਨਹੀਂ ਹੈ। ਕਿ ਮਾਲਾ ਫੇਰਦਿਆਂ ਤਾਂ ਮੁੱਦਤਾਂ ਬੀਤ ਗਈਆਂ ਨੇ, ਤੇਰੇ ਮਨ ਦਾ ਹੇਰਾ ਫੇਰੀ ਤੇ ਗਈ ਨਹੀਂ, ਇਸ ਲਈ ਹੱਥ ਵਾਲੇ ਇਹਨਾਂ ਮਣਕਿਆਂ ਨੂੰ ਸੁੱਟ ਔਰ ਆਪਣੇ ਮਨ ਦੇ ਮਣਕੇ ਨੂੰ ਘੁਮਾ, ਭਾਵ ਆਪਣੀ ਸੋਚ ਨੂੰ ਬਦਲ। ਕਬੀਰ ਜੀ ਦਾ ਪਾਵਨ ਬਚਨ ਹੈ, ਕਬੀਰ ਜਪਨੀ ਕਾਠ ਕੀ, ਕਿਆ ਦਿਖਲਾਵੇਂ ਲੋਏ, ਹਿਰਦੈ ਰਾਮ ਨਾ ਚਿਤਹੀ। ਇਹ ਜਪਨੀ ਕਿਆ ਹੋਏ ਕਿ ਤੂੰ ਲੱਕੜ ਦੀ ਮਾਲਾ ਲੈ ਕੇ ਘੁਮਾ ਕੇ ਲੋਕਾਂ ਨੂੰ ਵਿਖਾ ਰਿਹਾ, ਪਰ ਤੇਰੀ ਸੋਚ ਦੇ ਅੰਦਰ ਰੱਬੀ ਗੁਣ ਨਹੀਂ ਹਨ, ਗੁਣਾਂ ਨੂੰ ਤੂੰ ਇੰਪਲੀਮੈਂਟ ਨਹੀਂ ਕਰਦਾ, ਰੱਬੀ ਰਜ਼ਾ ਵਿੱਚ ਨਹੀਂ ਤੁਰਦਾ, ਤਾਂ ਇਹ ਮਾਲਾ ਕਾਦੀ ਹੋਈ ਦਾ ਲਾਭ ਕੀ ਹੈ? ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਾਲਾ ਨੂੰ ਛੱਡੋ, ਖਿਮਾ ਆਪਣੇ ਅੰਦਰ ਧਾਰਨ ਕਰੋ, ਸਹਿਨਸ਼ੀਲਤਾ ਪੈਦਾ ਕਰੋ, ਖਿਮਾ ਮੰਗ ਲਓ। ਜੇ ਕਿਤੇ ਗਲਤੀ ਹੋ ਗਈ ਹੈ ਤਾਂ ਮੁਆਫੀ ਮੰਗਣ ਦਾ ਸੁਭਾਅ ਬਣਾਓ ਆਪਣੇ ਅੰਦਰ, ਔਰ ਜੇ ਕਿਸੇ ਨੇ ਕੁਝ ਗਲਤ ਕਰ ਦਿੱਤਾ ਹੈ ਤਾਂ ਉਸ ਨੂੰ ਮੁਆਫ ਕਰੋ, ਸਹਿਨਸ਼ੀਲਤਾ ਪੈਦਾ ਕਰੋ। ਤੇ ਮਾਨਸ ਪ੍ਰਧਾਨ, ਗੁਰੂ ਜੀ ਕਹਿੰਦੇ ਨੇ ਦਇਆ ਜਿਨ੍ਹਾਂ ਦਾ ਇਸ਼ਟ ਹੈ, ਦੂਜਿਆਂ ਦੀ ਵਧੀਕੀ ਥੋੜੀ ਬਹੁਤੀ ਸਹਾਰਨੀ, ਸਹਿਨਸ਼ੀਲਤਾ ਆਪਣੇ ਅੰਦਰ ਪੈਦਾ ਕਰਨੀ, ਕਿਸੇ ਦੀ ਗਲਤੀ ਨੂੰ ਮੁਆਫ ਕਰ ਦੇਣਾ, ਆਪਣੀ ਗਲਤੀ ਦੀ ਮੁਆਫੀ ਮੰਗ ਲੈਣੀ। ਜਿਨ੍ਹਾਂ ਦੇ ਅੰਦਰ ਇਹ ਗੁਣ ਨੇ ਉਹ ਇਨਸਾਨ ਪ੍ਰਧਾਨ ਨੇ, ਮੰਨੇ ਪਰਮੰਨੇ ਨੇ, ਉਹ ਮਹਾਨ ਨੇ। ਜੁਗਤ ਧੋਤੀ ਸੁਰਤ ਚੌਂਕਾ, ਤਿਲਕ ਕਰਨੀ ਹੋਏ। ਹੁਣ ਜਿਵੇਂ ਬ੍ਰਾਹਮਣ ਹੈ ਤਾਂ ਉਹ ਧੋਤੀ ਬੰਨਦਾ ਹੈ, ਸੁੱਚਾ ਹੁੰਦਾ ਹੈ, ਮੰਤਰ ਜੰਤਰ ਪੜਨ ਵਾਸਤੇ, ਕਿਰਿਆ ਕਰਮ ਕਰਨ ਵਾਸਤੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਵੇਂ ਹੁਣ ਕੋਈ ਬ੍ਰਾਹਮਣ ਹੈ ਤਾਂ ਉਸਨੇ ਧੋਤੀ ਬੰਨ ਲਈ, ਤਾਂ ਹੋਰ ਜਿਹੜੇ ਲੋਕ ਨੇ ਉਹਨਾਂ ਨੇ ਆਪੋ ਆਪਣੇ ਧਰਮਾਂ ਦੇ ਪਹਿਨਾਵੇ ਪਹਿਨ ਲਏ। ਪਰ ਜੇ ਜੀਵਨ ਦੀ ਜੁਗਤ ਠੀਕ ਨਹੀਂ ਤਾਂ ਨਿਰੇ ਬਾਹਰੀ ਪਹਿਨਾਵੇ ਦੇ ਨਾਲ ਤਾਂ ਗੱਲ ਨਹੀਂ ਨਾ ਬਣੇਗੀ। ਜੁਗਤ ਦਾ ਮਤਲਬ ਸੁਚੱਜਾ ਜੀਵਨ ਜੀਣ ਦੀ ਜਾਚ, ਜਿਨ੍ਹਾਂ ਦੀ ਪਹਿਨਣ ਵਾਲੀ ਧੋਤੀ ਹੈ। ਯਾਨੀ ਆਪਣੇ ਜੀਵਨ ਦੇ ਜੁਗਤ ਨੂੰ ਸੁਚੱਜੀ ਬਣਾਓ, ਜੀਵਨ ਦਾ ਢੰਗ ਸੁਚੱਜਾ ਹੋਵੇ। ਉਹਦੇ ਵਿੱਚ 6 ਗੱਲਾਂ ਤਾਂ ਅਸੀਂ ਰੋਜ਼ ਕਰ ਹੀ ਰਹੇ ਹਾਂ। ਅੱਖਾਂ ਨਾਲ ਵੇਖਣਾ ਕੀ ਹੈ, ਕੰਨਾਂ ਨਾਲ ਸੁਣਨਾ ਕੀ ਹੈ, ਇਹ ਆਪਣੀ ਜੁਗਤ ਦੇ ਅੰਦਰ ਰਹਿਣਾ। ਉਸ ਤੋਂ ਬਾਅਦ ਜੋ ਹੈ ਘਰ ਦੀ ਸਾਫ਼ ਸਫਾਈ ਰੱਖਣੀ, ਚੌਗਿਰਦੇ ਦੀ ਸਾਫ਼ ਸਫਾਈ ਰੱਖਣੀ, ਵਾਤਾਵਰਣ ਦਾ ਖਿਆਲ ਰੱਖਣਾ, ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ, ਧਰਤੀ ਨੂੰ ਗੰਦਿਆਂ ਹੋਣ ਤੋਂ ਬਚਾਉਣਾ, ਹਵਾ ਵਿੱਚ ਪੋਲੂਸ਼ਨ ਨਾ ਫੈਲਾਣਾ, ਲੋਕਾਂ ਦੇ ਨਾਲ ਤਾਲਮੇਲ ਬਣਾ ਕੇ ਰੱਖਣਾ। ਇਹ ਜਿਹੜਾ ਸੁਚੱਜਾ ਜੀਵਨ ਹੈ, ਮਨ ਬਚਨ ਕਰਮ ਕਰਕੇ ਸੱਚੇ ਹੋਣਾ, ਇਹਨੂੰ ਧੋਤੀ ਬਣਾਓ। ਮਤਲਬ ਕਿ ਜੀਵਨ ਦੀ ਜੁਗਤ ਨੂੰ ਸੁਧਾਰੋ। ਸੁਰਤ ਚੌਂਕਾ, ਤੇ ਆਮ ਲੋਕ ਜੋ ਚੌਂਕੇ ਨੂੰ ਪਵਿੱਤਰ ਕਰਦੇ ਨੇ, ਕਿ ਗਾਂ ਦੇ ਗੋਹੇ ਦਾ ਪੋਚਾ ਲਾਇਆ, ਉਸ ਚੌਂਕੇ ਦੇ ਵਿੱਚ 4 ਚੁਫੇਰੇ ਲਕੀਰਾਂ ਕੱਢੀਆਂ, ਧੂਪ ਬੱਤੀ ਦਿਖਾਈ, ਆਪਣੇ ਬਰਤਨ ਆਪ ਮਾਂਜੇ ਔਰ ਸੁੱਚਾ ਭੋਜਨ ਬਣਾਇਆ, ਔਰ ਇਹ ਸਮਝਿਆ ਕਿ ਸ਼ਾਇਦ ਐਵੇਂ ਰੱਬ ਸਾਡੇ ਤੇ ਖੁਸ਼ ਹੋਏਗਾ। ਦੇਖੋ, ਸਫਾਈ ਕਰਨੀ ਇੱਕ ਵੱਖਰੀ ਗੱਲ ਹੈ, ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਸਫਾਈ ਰੱਖਣਾ ਹਰ ਇਨਸਾਨ ਦਾ ਫਰਜ਼ ਹੈ। ਰਸੋਈ ਸਾਫ਼ ਸੁਥਰੀ ਹੋਵੇ, ਚੌਂਕਾ ਸਾਫ਼ ਸੁਥਰਾ ਹੋਵੇ, ਬਾਥਰੂਮ ਸਾਫ਼ ਸੁਥਰੇ ਹੋਣ, ਗਲੀਆਂ ਸਾਫ਼ ਸੁਥਰੀਆਂ ਹੋਣ, ਕੱਪੜੇ ਸਾਡੇ ਸਾਫ਼ ਸੁਥਰੇ ਹੋਣ, ਇਹ ਬਹੁਤ ਜ਼ਰੂਰੀ ਹੈ, ਨਹੀਂ ਤਾਂ ਬਿਮਾਰੀਆਂ ਫੈਲਣਗੀਆਂ। ਪਰ ਜੇ ਕੋਈ ਇਹ ਕਹੇ ਕਿ ਬਾਹਰ ਦੀ ਸਫਾਈ ਰੱਖ ਕੇ, ਚੌਂਕਾ ਸੁੱਚਾ ਕਰਕੇ ਠੱਗੀਆਂ ਮਾਰਦਾ ਹੋਵੇ, ਬੇਈਮਾਨੀ ਕਰਦਾ ਹੋਵੇ, ਧੋਖਾ ਕਰਦਾ ਹੋਵੇ, ਤਾਂ ਉਹਦਾ ਕੋਈ ਫਾਇਦਾ ਨਹੀਂ ਨਾ। ਜਿਵੇਂ ਆਮ ਕਰਕੇ ਹੁਣ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਲੋਕਾਂ ਦੇ ਘਰ ਜਾਂਦੇ ਨੇ ਨਾ ਪੁਜਾਰੀ ਲੋਕ, ਤੇ ਕਿੰਨੇ ਸੁਚਮਤਾ ਦੇ ਨਾਲ ਭੋਜਨ ਬਣਾਇਆ ਜਾਂਦਾ ਹੈ।
ਹੁਣ ਭੋਜਨ ਸੁਚਮਤਾ ਨਾਲ, ਸਫਾਈ ਨਾਲ ਬਣਾਉਣਾ ਹਰ ਇਨਸਾਨ ਦਾ ਫਰਜ਼ ਹੈ, ਲੇਕਿਨ ਜਿਹੜੇ ਰੋਟੀ ਖਾਣ ਵਾਸਤੇ ਜਾ ਰਹੇ ਨੇ ਤੇ ਜਿਹੜੇ ਖਵਾ ਰਹੇ ਨੇ, ਉਹਨਾਂ ਦੀ ਸੋਚ ਕੀ ਹੈ? ਉਹਨਾਂ ਦੀ ਸੋਚ ਇਹ ਹੈ ਕਿ ਜੇ ਨਾ ਪੁਜਾਰੀਆਂ ਨੂੰ ਜਾਂ ਸੱਦਣ ਵਾਲੇ ਲੋਕਾਂ ਨੂੰ ਰੋਟੀ ਖਵਾਵਾਂਗੇ ਸਰਾਧ ਵਾਲੇ ਦਿਨ ਜਾਂ ਕਿਸੇ ਦਿਨ, ਤੇ ਉਹ ਮਿਲੇਗਾ ਸਾਡੇ ਮਰ ਚੁੱਕੇ ਪਿਤਰਾਂ ਨੂੰ, ਬਜ਼ੁਰਗਾਂ ਨੂੰ, ਤਾਂ ਹੁਣ ਇਹਦਾ ਕੋਈ ਲਾਭ ਨਾ ਹੋਇਆ ਸੁੱਚੇ ਚੌਂਕੇ ਦਾ, ਕਿਉਂਕਿ ਚੌਂਕੇ ਦੇ ਵਿੱਚ ਜਿਹੜੇ ਬਹਿ ਕੇ ਖਾਣ ਵਾਲੇ ਨੇ ਉਹ ਝੂਠੇ ਨੇ। ਉਹਨਾਂ ਨੂੰ ਪਤਾ ਹੈ ਕਿ ਅੱਗੇ ਚੀਜ਼ ਨਹੀਂ ਮਿਲਣੀ, ਫਿਰ ਵੀ ਉਹ ਇਸੇ ਕੰਮ ਦੇ ਉੱਤੇ ਖਾ ਰਹੇ ਨੇ, ਤੇ ਜਿਹੜੇ ਖਵਾ ਰਹੇ ਨੇ ਉਹਨਾਂ ਨੂੰ ਵੀ ਪਤਾ ਹੈ ਵੀ ਨਹੀਂ ਮਿਲਣੀ, ਤੇ ਫਿਰ ਵੀ ਉਹ ਖਵਾ ਰਹੇ ਨੇ। ਤੇ ਫਿਰ ਸੁੱਚੇ ਚੌਂਕੇ ਦਾ ਕੀ ਫਾਇਦਾ ਹੋਇਆ? ਕਿਉਂਕਿ ਸੁੱਚੇ ਚੌਂਕੇ ਵਿੱਚ ਝੂਠ ਬੋਲਿਆ ਜਾ ਰਿਹਾ। ਜੇ ਉਹ ਸੁੱਚੇ ਚੌਂਕੇ ਦੇ ਵਿੱਚ ਇੱਕ ਕਰੈਕਟਰਲੈਸ ਆਦਮੀ ਬੈਠਾ ਤੇ ਸੁੱਚਾ ਚੌਂਕਾ ਕੀ ਸਵਾਰੇਗਾ? ਝੂਠਾ ਬੈਠਾ ਹੋਇਆ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੁਰਤ ਚੌਂਕਾ, ਜੋ ਤੁਹਾਡੀ ਸੋਚ ਹੈ ਇਹਨੂੰ ਪਵਿੱਤਰ ਕਰੋ, ਇਹਨੂੰ ਚੌਂਕਾ ਬਣਾਓ, ਕਿਉਂਕਿ ਸੁਰਤ ਦੇ ਅੰਦਰ ਰੱਬ ਨੇ ਆਣ ਕੇ ਬਹਿਣਾ ਨਾ, ਸੁਰਤ ਅੰਦਰ ਨਿਵਾਸ ਹੋਣਾ ਹੈ ਰੱਬ ਦਾ। ਸੁਰਤ ਨੂੰ ਪਵਿੱਤਰ ਕਰੋ, ਸੋਚ ਨੂੰ ਪਵਿੱਤਰ ਕਰੋ। ਤਿਲਕ ਕਰਨੀ ਹੋਏ ਤੇ ਜਿਵੇਂ ਬ੍ਰਾਹਮਣ ਮੱਥੇ ਤੇ ਤਿਲਕ ਲਗਾਉਂਦਾ ਹੈ, ਹੁਣ ਤਿਲਕ ਲਗਾਉਣ ਦੇ ਨਾਲ ਤਾਂ ਕੁਛ ਨਹੀਂ ਨਾ ਹੋਣ ਵਾਲਾ ਹੈ। ਤਿਲਕ ਲਗਾਉਣਾ ਹੈ ਕਿਸੇ ਦੀ ਆਪਣੀ ਮਰਜ਼ੀ ਹੈ, ਜੇ ਕੋਈ ਚੰਦਨ ਵਗੈਰਾ ਲਗਾਉਂਦਾ ਹੈ ਕਿ ਉਹਨੂੰ ਸੁਗੰਧ ਵਾਸਤੇ, ਜਾਂ ਉਹਦੀ ਆਪਣੀ ਮਰਜ਼ੀ ਹੈ। ਪਰ ਜੇ ਬੰਦੇ ਨੇ ਸਿਰਫ ਤਿਲਕ ਲਗਾਇਆ ਹੋਵੇ ਤੇ ਉਹ ਇਹ ਸਮਝੇ ਕਿ ਤਿਲਕ ਲਾਉਣ ਦੇ ਨਾਲ ਹੀ ਮੈਨੂੰ ਸ਼ਾਂਤੀ ਮਿਲ ਜਾਏਗੀ, ਖੁਸ਼ੀ ਮਿਲ ਜਾਏਗੀ, ਇਹ ਉਹਦਾ ਭੁਲੇਖਾ ਹੈ। ਚੰਦਨ ਬੇਸ਼ੱਕ ਠੰਡਾ ਹੈ, ਚੰਦਨ ਦਾ ਤਿਲਕ ਤੇ ਮੱਥੇ ਤੇ ਲਾ ਲਿਆ, ਲੇਕਿਨ ਅੰਦਰ ਕ੍ਰੋਧ ਦੀ ਅੱਗ ਭਟਕ ਰਹੀ ਹੈ, ਅੰਦਰ ਹੰਕਾਰ ਦੀ ਅੱਗ ਦੇ ਭਾਂਬੜ ਮੱਚੇ ਹੋਏ ਨੇ, ਤੇ ਬਾਹਰ ਦਾ ਚੰਦਨ ਕੀ ਕਰੇਗਾ? ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉੱਚੇ ਆਚਰਣ ਨੂੰ ਆਪਣਾ ਤਿਲਕ ਬਣਾਓ। ਤਾਂ ਸੁਚੱਜਾ ਜੀਵਨ ਜਿਉਣ ਦੀ ਜਾਚ, ਜਿਨ੍ਹਾਂ ਵਾਸਤੇ ਦੇਵ ਪੂਜਾ ਲਈ ਪਹਿਨਣ ਵਾਲੀ ਧੋਤੀ ਹੈ, ਖਾਸ ਕਰਕੇ ਧੋਤੀ ਹੁੰਦੀ ਨਾ ਜਿਹੜੀ ਦੇਵ ਪੂਜਾ ਲਈ ਬਣਾਈ ਜਾਂਦੀ, ਤਾਂ ਜੁਗਤ ਜੀਵਨ ਦੀ ਜੁਗਤ, ਸੁਰਤ ਨੂੰ ਪਵਿੱਤਰ ਰੱਖਣਾ ਜਿਨ੍ਹਾਂ ਦਾ ਸੁੱਚਾ ਚੌਂਕਾ ਹੈ, ਔਰ ਉੱਚੇ ਆਚਰਨ ਦਾ ਜਿਨ੍ਹਾਂ ਦੇ ਮੱਥੇ ਤੇ ਤਿਲਕ ਹੈ, ਭਾਵ ਜਿਨ੍ਹਾਂ ਦਾ ਆਚਰਨ ਉੱਚਾ ਹੈ, ਜਿਨ੍ਹਾਂ ਦੇ ਅੰਦਰ ਇਹ ਮਹਾਨ ਗੁਣ ਨੇ। ਭਾਉ ਭੋਜਨ ਨਾਨਕਾ ਵਿਰਲਾ ਤਾਂ ਕੋਈ ਕੋਈ। ਭਾਉ ਦਾ ਮਤਲਬ ਪ੍ਰੇਮ, ਤੇ ਪ੍ਰੇਮ ਜਿਨ੍ਹਾਂ ਦੀ ਆਤਮਿਕ ਖੁਰਾਕ ਹੈ, ਪ੍ਰੇਮ ਆਤਮਿਕ ਖੁਰਾਕ ਹੈ। ਗੁਰੂ ਜੀ ਕਹਿੰਦੇ ਨੇ ਇਹੋ ਜਿਹੇ ਇਨਸਾਨ ਇਸ ਦੁਨੀਆ ਦੇ ਅੰਦਰ ਵਿਰਲੇ ਵਿਰਲੇ ਹੁੰਦੇ ਨੇ, ਜਿਨ੍ਹਾਂ ਦੀ ਆਤਮਿਕ ਔਰ ਮਾਨਸਿਕ ਖੁਰਾਕ ਪ੍ਰੇਮ ਹੈ, ਜੋ ਪ੍ਰੇਮ ਦੇ ਨਾਲ ਤ੍ਰਿਪਤ ਹੁੰਦੇ ਨੇ। ਬਾਕੀ ਤਾਂ ਸਾਡੀਆਂ ਸਰੀਰਕ ਲੋੜਾਂ ਨੇ, ਪ੍ਰਸ਼ਾਦਾ ਪਾਣੀ ਛਕਣਾ, ਲੇਕਿਨ ਜੇਕਰ ਇਹ ਗੁਣ ਨਹੀਂ ਹਨ ਜਿਹੜੇ ਪਿੱਛੇ ਗਿਣੇ ਨੇ, ਤਾਂ ਸਾਰੇ ਚੌਂਕੇ, ਸਾਰੇ ਪਹਿਨਾਵੇ, ਸਾਰਾ ਕੁਝ ਵਿਅਰਥ ਹੈ, ਬੇਕਾਰ ਹੈ। ਤੇ ਜੇਕਰ ਇਹਨਾਂ ਬੰਦਾ ਸ਼ੁਭ ਗੁਣਾਂ ਦਾ ਧਾਰਨੀ ਹੈ, ਉਹ ਇਨਸਾਨ ਮਹਾਨ ਹੈ, ਉਹਦੀ ਜ਼ਿੰਦਗੀ ਅੰਦਰ ਸੁਖ ਸ਼ਾਂਤੀ ਆ ਸਕਦੀ ਹੈ। ਤਾਂ ਗੁਰੂ ਜੀ ਸਾਨੂੰ ਇਹਨਾਂ ਕਰਮ ਕਾਂਡਾਂ ਤੋਂ ਉਤਾਂ ਉਠਾ ਕੇ ਸੱਚੇ ਸੁੱਚੇ ਆਚਰਨ ਦੇ ਨਾਲ ਜੋੜ ਰਹੇ ਨੇ, ਜਿਸ ਕਰਕੇ ਸਮਾਜ ਦਾ ਭਲਾ ਹੋ ਸਕੇ, ਸਮਾਜ ਅੰਦਰ ਸੁਖ ਸ਼ਾਂਤੀ ਆ ਸਕੇ, ਸਮਾਜ ਅੰਦਰੋਂ ਰਿਸ਼ਵਤਖੋਰੀ, ਚੋਰ ਬਜ਼ਾਰੀ, ਲੁੱਟ ਖਸੁੱਟ ਖਤਮ ਹੋ ਸਕੇ। ਮਹਿਲਾ ਤੀਜਾ, ਨੌਵੀਂ ਨੇਮ ਸੱਚ ਜੇ ਕਰੇ। ਨੇਮ ਦਾ ਮਤਲਬ ਨਿਯਮ, ਨਿਤ ਕਰਮ। ਨੌਵੀਂ ਦਾ ਮਤਲਬ ਨੌਵੀਂ ਥਿਤ ਜਿਹੜੀ ਹੈ। ਜੇ ਮਨੁੱਖ ਸੱਚ ਕਰਨ ਦੇ ਨੇਮ ਨੂੰ ਨੌਵੀਂ ਦਾ ਵਰਤ ਬਣਾ ਲਵੇ, ਜਿਵੇਂ ਨੌਵੀਂ ਹੈ, ਦਸਵੀਂ ਹੈ, ਇਕਾਦਸ਼ੀ ਹੈ, ਲੋਕ ਵਰਤ ਰੱਖਦੇ ਨੇ, ਜਿਵੇਂ ਕਰਵਾ ਚੌਥ ਹੈ, ਨੌਵੀਂ ਦਸਵੀਂ ਲੋਕ ਵਰਤ ਰੱਖਦੇ ਨੇ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਵਰਤ ਰੱਖਣ ਦੇ ਨਾਲ ਤੇ ਕੁਝ ਵੀ ਨਹੀਂ ਹੋਣਾ। ਇੱਕ ਦਿਨ ਭੁੱਖੇ ਰਹਿਣ ਦੇ ਨਾਲ ਜੇ ਰੱਬ ਮਿਲਦਾ ਹੋਵੇ, ਤਾਂ ਕਿਤਨੇ ਲੋਕ ਐਸੇ ਨੇ ਜਿਨ੍ਹਾਂ ਵਿਚਾਰਿਆਂ ਨੂੰ 2 ਟਾਈਮ ਦੀ ਰੋਟੀ ਹੀ ਨਹੀਂ ਮਿਲਦੀ, ਉਹਨਾਂ ਨੂੰ ਰੱਬ ਮਿਲ ਜਾਏ। 2 ਟਾਈਮ ਦੀ ਰੋਟੀ ਹੀ ਨਹੀਂ ਮਿਲਦੀ ਖਾਣ ਨੂੰ, ਭੁੱਖੇ ਰਹਿਣ ਨਾਲ ਮਿਲੇ ਤੇ ਉਹਨਾਂ ਨੂੰ ਮਿਲ ਜਾਏ। ਕਿੰਨੇ ਲੋਕ ਨੇ ਐਸੇ। ਤਾਂ ਇਸ ਲਈ ਵਰਤ ਆਦਿਕ ਦੇ ਨਾਲ ਰੱਬ ਮਿਲਣ ਵਾਲਾ ਨਹੀਂ ਹੈ, ਵਰਤ ਆਦਿਕ ਦੇ ਨਾਲ ਧਰਮ ਦਾ ਕੋਈ ਸੰਬੰਧ ਨਹੀਂ ਹੈ। ਸਰੀਰਕ ਸਿਹਤ ਵਾਸਤੇ ਜੇ ਕੋਈ ਰੋਟੀ ਘੱਟ ਖਾਂਦਾ, ਵੱਧ ਖਾਂਦਾ, ਉਹ ਇੱਕ ਵੱਖਰਾ ਟੌਪਿਕ ਹੈ। ਪਰ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਸੱਚ ਨੂੰ ਨੇਮ ਬਣਾਇਆ ਹੈ, ਸੱਚ ਨੂੰ ਨੌਵੀਂ ਦਾ ਵਰਤ ਬਣਾਇਆ ਹੈ, ਜਿਨ੍ਹਾਂ ਨੇ ਵਰਤਾਂ ਆਦਿਕ ਨੂੰ ਛੱਡ ਕੇ ਸੱਚ ਧਾਰਨ ਕੀਤਾ ਹੈ। ਕਾਮ ਕ੍ਰੋਧ ਤ੍ਰਿਸ਼ਨਾ ਉਚਰੈ। ਉਚਰੈ ਦਾ ਮਤਲਬ ਬੋਲਣਾ ਵੀ ਹੁੰਦਾ ਹੈ, ਲੇਕਿਨ ਇੱਥੇ ਉਚਰੈ ਦਾ ਮਤਲਬ ਹੈ ਉਤਚਰਨ, ਚੰਗੀ ਤਰ੍ਹਾਂ ਚਰੇ, ਖਾ ਲਵੇ। ਉਚਰੈ ਉੱਚ ਚਰੈ। ਉੱਚ ਚਰੈ ਦਾ ਮਤਲਬ ਚੰਗੀ ਤਰ੍ਹਾਂ ਚਰ ਲੈ, ਖਾ ਲੈ।
ਕਾਮ ਕ੍ਰੋਧ ਤ੍ਰਿਸ਼ਨਾ ਉਚਰੈ, ਜਿਹੜਾ ਕਾਮ ਕ੍ਰੋਧ ਔਰ ਲਾਲਚ ਨੂੰ ਚੰਗੀ ਤਰ੍ਹਾਂ ਦੂਰ ਕਰ ਦੇਵੇ, ਖਾ ਜਾਏ ਕਾਮ ਕ੍ਰੋਧ ਲੋਭ ਨੂੰ, ਜਿਹਦੇ ਅੰਦਰ ਕਾਮ ਵਾਸਨਾਵਾਂ ਨਹੀਂ ਹਨ, ਮਤਲਬ ਕਾਮ ਦੀ ਗਲਤ ਵਰਤੋਂ ਤੋਂ ਨਹੀਂ ਕਰਦਾ, ਜਿਸ ਦਾ ਕਾਮ ਵਾਸਨਾ ਕੰਟਰੋਲ ਵਿੱਚ ਨੇ, ਕ੍ਰੋਧ ਕੰਟਰੋਲ ਵਿੱਚ ਹੈ, ਲਾਲਚ ਕੰਟਰੋਲ ਵਿੱਚ ਹੈ, ਜਿਹੜਾ ਇਹਨਾਂ ਨੂੰ ਚੰਗੀ ਤਰ੍ਹਾਂ ਖਾ ਜਾਏ, ਆਪਣੇ ਅੰਦਰ ਇਹਨਾਂ ਚੀਜ਼ਾਂ ਨੂੰ ਖਤਮ ਕਰ ਲਵੇ। ਦਸਵੀਂ ਦਸੇ ਦਵਾਰ ਜੇ ਠਾਕੈ, ਏਕਾਦਸੀ ਏਕਾਦਸੀ ਏਕ ਕਰ ਜਾਣੈ। ਦਸੇ ਦਵਾਰ ਦਾ ਮਤਲਬ 10 ਇੰਦਰੇ, ਠਾਕੇ ਦਾ ਮਤਲਬ ਰੋਕ ਕੇ ਰੱਖੇ, ਵਿਕਾਰਾਂ ਤੋਂ ਬਚਾਏ। ਏਕ ਕਰ ਜਾਣੇ ਦਾ ਮਤਲਬ ਇੱਕ ਪ੍ਰਭੂ ਨੂੰ ਹੀ ਹਰ ਥਾਂ ਤੇ ਜਾਣੇ। ਤਾਂ ਜੇ ਆਪਣੇ 10 ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖੇ ਤੇ ਇਸ ਉਦਮ ਨੂੰ 10ਵੀਂ ਦਾ ਵਰਤ ਬਣਾਏ। ਹੁਣ ਬਹੁਤੇ ਲੋਕ ਨੇ 10ਵੀਂ ਦਾ ਵਰਤ ਤੇ ਰੱਖ ਲਿਆ, ਲੇਕਿਨ ਅੱਖਾਂ ਮਾੜਾ ਵੇਖ ਰਹੀਆਂ ਨੇ, ਕੰਨ ਮਾੜਾ ਸੁਣ ਰਹੇ ਨੇ, ਜ਼ਬਾਨ ਦੇ ਨਾਲ ਮਾੜਾ ਬੋਲ ਰਹੇ ਨੇ, ਤਾਂ ਫਿਰ ਉਸ ਵਰਤ ਦਾ ਫਾਇਦਾ ਕੀ ਹੋਇਆ? ਇਸ ਲਈ ਗੁਰੂ ਜੀ ਕਹਿੰਦੇ ਨੇ ਨਾ 10ਵੀਂ ਆਦਿਕ ਦੇ ਵਰਤਾਂ ਨੂੰ ਛੱਡੋ ਤੇ ਗਿਆਨ ਇੰਦਰੀਆਂ ਨੂੰ ਵਿਕਾਰਾਂ ਵੱਲੋਂ, ਕਰਮ ਇੰਦਰੀਆਂ ਨੂੰ ਰੋਕੋ। ਇਕਾਦਸ਼ੀ ਦਾ ਵਰਤ ਕੀ ਹੈ? ਇਕਾਦਸ਼ੀ ਏਕ ਕਰ ਜਾਣਾ, ਇੱਕ ਰੱਬ ਨੂੰ ਸਭ ਥਾਵਾਂ ਦੇ ਵਿੱਚ ਵਿਆਪਕ ਸਮਝੇ, ਇੱਕ ਰੱਬ ਨੂੰ ਸਭ ਦੇ ਅੰਦਰ ਸਮਝੇ, ਆਪਣੇ ਅੰਦਰ ਵੀ ਦੂਜਿਆਂ ਵਿੱਚ ਵੀ, ਮਤਲਬ ਕਿ ਹਰ ਬੰਦੇ ਦੇ ਨਾਲ ਰੱਬ ਵਰਗਾ ਵਿਹਾਰ ਕਰੇ। ਤੁਸੀਂ ਵੇਖਿਆ ਕੋਈ ਇਹੋ ਜਿਹਾ ਬੰਦਾ ਜਿਹੜਾ 10ਵੀਂ ਇਕਾਦਸ਼ੀ ਦਾ ਵਰਤ ਰੱਖਦਾ ਹੋਵੇ ਤੇ ਸਾਰਿਆਂ ਨਾਲੋਂ ਰੱਬ ਵਰਗਾ ਪਿਆਰ ਰੱਖਦਾ ਹੋਵੇ, ਸਾਰਿਆਂ ਦੇ ਨਾਲ ਰੱਬ ਵਰਗਾ ਪਿਆਰ ਕਰਦਾ ਹੋਵੇ? ਐਸਾ ਕਦੇ ਵੇਖਿਆ? ਕਦੇ ਵੀ ਨਹੀਂ। ਸਗੋਂ ਵਰਤ ਰੱਖਣ ਵਾਲਾ ਤੇ ਕਲਪਿਆ ਹੁੰਦਾ, ਉਹਨੂੰ ਮਾੜਾ ਜਿਹਾ ਕੰਮ ਕਹਿ ਦੋ, ਕਹਿੰਦਾ ਮੈਂ ਸਵੇਰ ਦੀ ਭੁੱਖ ਦੇ ਨਾਲ ਬੈਠੀ ਮਰਨ ਡਈ ਆ, ਤੈਨੂੰ ਪਾਣੀ ਨਹੀਂ ਆਪ ਪੀਤਾ ਜਾਂਦਾ, ਹੱਥ ਟੁੱਟੇ ਨੇ ਤੇਰੇ, ਹੁੰਦਾ ਨਾ ਐਵੇਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਰੱਬ ਨੂੰ ਹਰ ਥਾਂ ਦੇ ਉੱਤੇ ਸਮਝੇ, ਸਾਰਿਆਂ ਦੇ ਨਾਲ ਰੱਬ ਵਰਗਾ ਪਿਆਰ ਕਰੇ, ਇਹਨੂੰ ਇਕਾਦਸ਼ੀ ਦਾ ਵਰਤ ਬਣਾਏ, ਤਾਂ ਜੀਵਨ ਦੇ ਅੰਦਰ ਬਦਲਾਵ ਆਏਗਾ। ਦੁਆਦਸੀ ਪੰਚ ਵਸਗਤ ਕਰ ਰੱਖ ਹੈ, ਦੁਆਦਸੀ ਤੇ ਥੋੜਾ ਵਿਸ਼ਰਾਮ ਲਗਾਣਾ ਹੈ। ਦੁਆਦਸੀ ਪੰਚ ਵਸਗਤ ਕਰ ਰੱਖ ਹੈ, ਤੋ ਨਾਨਕ ਮਨ ਮਾਨੈ। ਪੰਚ ਦਾ ਮਤਲਬ ਕਾਮ ਕ੍ਰੋਧ ਆਦਿਕ, ਵਸਕਤ ਦਾ ਮਤਲਬ ਕਾਬੂ ਵਿੱਚ, ਮਨ ਮਾਨੇ ਦਾ ਮਤਲਬ ਮਨ ਪਤੀਜ ਜਾਂਦਾ ਹੈ, ਮਨ ਵਾਸ਼ਨਾ ਵੱਲ ਦੌੜਨ ਤੋਂ ਫਿਰ ਰੁਕ ਜਾਂਦਾ ਹੈ। ਪੰਜ ਕਾਮ ਆਦਿਕਾਂ ਨੂੰ ਕਾਬੂ ਵਿੱਚ ਰੱਖੇ, ਇਹਨੂੰ ਦੁਆਦਸੀ ਦਾ ਵਰਤ ਬਣਾਏ। ਦੁਆਦਸੀ ਦਾ ਵਰਤ ਰੱਖਣ ਦੀ ਲੋੜ ਨਹੀਂ, ਸਗੋਂ ਇਹਨਾਂ ਪੰਜ ਕਾਮ ਕ੍ਰੋਧ ਆਦਿਕ ਨੂੰ ਕੰਟਰੋਲ ਵਿੱਚ ਕਰੇ, ਇਹਨੂੰ ਵਰਤ ਬਣਾਏ। ਤਾਂ ਨਾਨਕ ਮਨ ਮਾਨੈ, ਗੁਰੂ ਜੀ ਕਹਿੰਦੇ ਨੇ ਹੇ ਨਾਨਕ, ਤਾਂ ਮਨ ਮੰਨ ਜਾਂਦਾ ਹੈ, ਮਨ ਪਤੀਜ ਜਾਂਦਾ ਹੈ, ਫਿਰ ਮਨ ਸੱਚ ਦੇ ਵਿੱਚ ਟਿਕ ਜਾਂਦਾ ਹੈ, ਮਨ ਮੁੜ ਕੇ ਵਿਕਾਰਾਂ ਵਿੱਚ ਭਟਕਣ ਤੋਂ ਰੁਕ ਜਾਂਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਐਸਾ ਵਰਤ ਰਹੀਜੈ ਪਾਂਡੇ। ਵਰਤ ਦਾ ਮਤਲਬ ਰੋਟੀ ਨਾ ਖਾਣ ਦਾ ਇਕਰਾਰ ਪ੍ਰਣ, ਰਹੀਜੇ ਦਾ ਮਤਲਬ ਨਿਭਾਈਏ। ਹੋਰ ਬਹੁਤ ਸਿੱਖ ਕਿਆ ਲੀਜੈ, ਇੱਥੇ ਸਿੱਖ ਜਿਹੜਾ ਹੈ ਫੀਮੇਲ ਜੈਂਡਰ ਹੈ, ਸਿੱਖ ਦਾ ਮਤਲਬ ਸਿੱਖਿਆ, ਇੱਥੇ ਸਿੱਖ ਬਹੁਵਚਨ ਸ਼ਬਦ ਨਹੀਂ ਹੈ, ਸਿੱਖ ਦਾ ਮਤਲਬ ਸਿੱਖਿਆ। ਕਿ ਹੇ ਪੰਡਿਤ, ਜੇ ਇਹੋ ਜਿਹਾ ਵਰਤ ਨਿਭਾ ਲਈ ਹੈ ਤਾਂ ਹੋਰ ਸਿੱਖਿਆ ਦੀ ਲੋੜ ਨਹੀਂ ਹੈ। ਹੁਣ ਦੇਖੋ ਜਿਹੜੇ ਇਹ ਗੁਣ ਗਿਣੇ ਨੇ ਆਪਾਂ ਪਿੱਛੇ ਗੁਰਬਾਣੀ ਦੇ ਵਿੱਚ ਗੁਰੂ ਜੀ ਨੇ ਦੱਸੇ ਨੇ, ਜੇ ਕੋਈ ਇਹਨਾਂ ਗੁਣਾਂ ਦਾ ਧਾਰਨੀ ਹੋ ਜਾਏ, ਜੇ ਕੋਈ ਇਸਤਰੀ ਪੁਰਸ਼ ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਮਨ, ਬਚਨ ਔਰ ਕਰਮ ਕਰਕੇ ਇੰਪਲੀਮੈਂਟ ਕਰ ਲੈ, ਤਾਂ ਉਹਨੂੰ ਹੋਰ ਕਿਸੇ ਸਿੱਖਿਆ ਦੀ ਲੋੜ ਰਹਿ ਜਾਏਗੀ। ਜ਼ਿੰਦਗੀ ਨੂੰ ਸ਼ਾਂਤ ਕਰਨ ਲਈ ਹੋਰ ਕਿਸੇ ਸਿੱਖਿਆ ਦੀ ਲੋੜ ਹੈ? ਤੇ ਕਿੱਧਰ ਨੂੰ ਮੂੰਹ ਕਰਕੇ ਪਾਠ ਕਰਨਾ ਹੈ, ਤੇ ਕਿਹੜੇ ਤੀਰਥ ਤੇ ਜਾਣਾ ਹੈ, ਤੇ ਕਿਹੜੇ ਵਰਤ ਰੱਖਣੇ ਨੇ, ਕੋਈ ਹੋਰ ਸਿੱਖਿਆ ਦੀ ਲੋੜ ਹੈ? ਕਿਸੇ ਹੋਰ ਸਿੱਖਿਆ ਦੀ ਲੋੜ ਹੀ ਨਹੀਂ ਹੈ। ਹੋਰ ਸਿੱਖਿਆ ਕਿਹੜੀ ਦਈਏ? ਕਿਹੜੀ ਹੋਰ ਸਿੱਖਿਆ ਹੈ ਇਸ ਤੋਂ ਮਹਾਨ, ਜਿਹੜੀ ਇਹਨਾਂ ਗੁਣਾਂ ਤੋਂ ਉੱਤੇ ਹੋਵੇ, ਜੋ ਸਾਡੇ ਜੀਵਨ ਨੂੰ ਸੁਖੀ ਔਰ ਸ਼ਾਂਤ ਕਰ ਸਕਦੀ ਹੋਵੇ? ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਹੇ ਪਾਂਡੇ, ਹੋਰ ਕੋਈ ਸਿੱਖਿਆ ਦੀ ਲੋੜ ਨਹੀਂ ਹੈ। ਬੰਦੇ ਨੂੰ ਕਰਮ ਕਾਂਡ ਛੱਡ ਕੇ ਸੱਚ ਨਾਲ, ਰੱਬੀ ਗੁਣਾਂ ਨਾਲ ਔਰ ਰੱਬੀ ਰਜ਼ਾ ਦੇ ਵਿੱਚ ਜੁੜਨਾ ਚਾਹੀਦਾ ਹੈ। ਉਹ ਇਨਸਾਨ ਪ੍ਰਧਾਨ ਨੇ, ਉਹ ਇਨਸਾਨ ਮਹਾਨ ਨੇ ਜੋ ਰੱਬੀ ਗੁਣਾਂ ਦੇ ਨਾਲ ਜੁੜਦੇ ਨੇ ਔਰ ਇਹਨਾਂ ਕਰਮ ਕਾਂਡਾਂ ਤੋਂ ਉੱਠਦੇ ਨੇ। ਪੌੜੀ ਭੂਪਤ ਰਾਜੇ ਰੰਗ ਰਾਏ ਸੰਚਹਿ ਬਿਖ ਮਾਇਆ। ਭੂਪਤ ਦਾ ਮਤਲਬ ਭੂਪਤੀ, ਭੂ ਦਾ ਮਤਲਬ ਧਰਤੀ, ਪਤ ਦਾ ਮਤਲਬ ਖਸਮ, ਧਰਤੀ ਦਾ ਖਸਮ, ਰਾਜਾ, ਪਾਤਸ਼ਾਹ। ਰੰਗ ਦਾ ਮਤਲਬ ਇੱਥੇ ਹੈ ਕੰਗਾਲ। ਇੱਥੇ ਰੰਗ ਦਾ ਮਤਲਬ ਪਿਆਰ ਨਹੀਂ ਹੈ, ਰੰਗ ਦਾ ਮਤਲਬ ਕੰਗਾਲ, ਰੰਕ ਜਿਹਨੂੰ ਕਹਿੰਦੇ ਨੇ।
ਰਾਏ ਦਾ ਮਤਲਬ ਅਮੀਰ, ਸੰਚੈ ਦਾ ਮਤਲਬ ਇਕੱਠੀ ਕਰਦੇ ਨੇ, ਬਿਖ ਦਾ ਮਤਲਬ ਜ਼ਹਿਰ। ਜਿਹੜੇ ਲੋਕ ਸੱਚ ਦੇ ਨਾਲ ਨਹੀਂ ਜੁੜੇ, ਜੋ ਪਿੱਛੇ ਗੁਣ ਗਿਣੇ ਨੇ ਉਹਨਾਂ ਦੇ ਨਾਲ ਨਹੀਂ ਜੁੜੇ, ਸੱਚ ਨਾਲੋਂ ਟੁੱਟੇ ਹੋਏ ਨੇ, ਚਾਹੇ ਉਹ ਪਾਤਸ਼ਾਹ ਹੈ, ਰਾਜੇ ਨੇ, ਕੰਗਾਲ ਨੇ, ਅਮੀਰ ਨੇ, ਸਭ ਮਾਇਆ ਰੂਪ ਜ਼ਹਿਰ ਇਕੱਠੀ ਕਰਦੇ ਨੇ। ਸੰਚੈ ਬਿਖ ਮਾਇਆ, ਸੰਚੈ ਦਾ ਮਤਲਬ ਇਕੱਠੀ ਕਰਦੇ ਨੇ, ਬਿਖ ਦਾ ਮਤਲਬ ਜ਼ਹਿਰ, ਮਾਇਆ ਦਾ ਮਤਲਬ ਮਾਇਆ। ਹੁਣ ਮਾਇਆ ਕੀ ਹੈ? ਦੇਖੋ, ਸਾਰੇ ਰਾਜੇ, ਸਾਰੇ ਅਮੀਰ ਔਰ ਸਾਰੇ ਕੰਗਾਲ ਤਾਂ ਮਾੜੇ ਨਹੀਂ ਨਾ ਹੁੰਦੇ, ਬਹੁਤ ਚੰਗੇ ਵੀ ਹੋ ਸਕਦੇ ਨੇ। ਗੱਲ ਉਹਨਾਂ ਦੀ ਹੋ ਰਹੀ ਹੈ ਜਿਹੜੇ ਬਿਖ ਇਕੱਠੀ ਕਰ ਰਹੇ ਨੇ, ਮਾਇਆ ਇਕੱਠੀ ਕਰ ਰਹੇ ਨੇ, ਜੋ ਸੱਚ ਨਾਲੋਂ ਟੁੱਟੇ ਨੇ। ਮਾਇਆ ਦਾ ਮਤਲਬ ਸਾਡੀ ਉਹ ਮੈਂਟੈਲਿਟੀ, ਉਹ ਸੋਚ, ਜੋ ਸੋਚ ਇਨਸਾਨ ਨੂੰ ਇਨਸਾਨ ਵਿੱਚ ਰੱਬ ਨਹੀਂ ਵੇਖਣ ਦਿੰਦੀ, ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਵਿਤਕਰੇ ਪੈਦਾ ਕਰਦੀ ਹੈ, ਇਹ ਜ਼ਹਿਰ ਹੈ ਨਾ, ਇਹ ਜ਼ਹਿਰ ਹੈ, ਇਹ ਆਤਮਿਕ ਮੌਤ ਦਾ ਕਾਰਨ ਹੈ। ਤੇ ਜਿਹੜੇ ਐਸੀ ਮਾਇਆ ਵਾਲੀ ਸੋਚ ਰੱਖਦੇ ਨੇ, ਉਹ ਜ਼ਹਿਰ ਇਕੱਠੀ ਕਰ ਰਹੇ ਨੇ। ਉਹ ਪੈਸਾ ਵੀ ਇਕੱਠਾ ਕਰਨਗੇ ਤੇ ਉਹ ਵੀ ਜ਼ਹਿਰ ਹੈ, ਕਿਉਂਕਿ 2 ਨੰਬਰ ਦੇ ਧੰਦੇ ਕਰਕੇ ਇਕੱਠਾ ਕਰ ਰਹੇ ਨੇ, ਜਿਵੇਂ ਮਲਕ ਭਾਗੋ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਰੇ ਮਾਇਆ ਰੂਪ ਜ਼ਹਿਰ ਦੇ ਪ੍ਰਭਾਵ ਹੇਠ ਨੇ, ਔਰ ਇਹ ਮਾਇਆ ਦੀ ਜ਼ਹਿਰ ਇਕੱਠੀ ਕਰ ਰਹੇ ਨੇ। ਇਹ ਸਾਰੇ ਆਤਮਿਕ ਮੌਤੇ ਮਰ ਜਾਣਗੇ, ਚਾਹੇ ਕੋਈ ਰਾਜਾ ਹੈ, ਕੋਈ ਬਾਦਸ਼ਾਹ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਕੰਗਾਲ ਹੈ, ਕੋਈ ਵੀ ਹੈ। ਜੇ ਮਨ ਬਚਨ ਕਰਮ ਕਰਕੇ ਸੱਚ ਨਾਲੋਂ ਟੁੱਟੇਗਾ, ਉਹਦੀ ਆਤਮਿਕ ਮੌਤ ਹੋ ਜਾਏਗੀ। ਕਰ ਕਰ ਹੇਤ ਵਧਾਏਂਦੇ, ਪਰ ਦਰਬ ਚੁਰਾਇਆ। ਕਰ ਕਰ ਹੇਤ ਯਾਨੀ ਪਿਆਰ ਕਰ ਕਰਕੇ, ਹੇਤ ਦਾ ਮਤਲਬ ਪਿਆਰ। ਇਹ ਸੋਚ ਦੇ ਨਾਲ ਪਿਆਰ ਕਰ ਕਰਕੇ, ਜਿਹੜੀ ਮਾਇਆ ਵਾਲੀ ਸੋਚ ਹੈ ਮਾੜੀ, ਉਹ ਸੋਚ ਦੇ ਨਾਲ ਪਿਆਰ ਕਰ ਕਰਕੇ ਧਨ ਦੌਲਤ ਇਕੱਠੀ ਕਰਦੇ ਨੇ, ਤੇ ਨਾਲ ਕੀ ਕਰਦੇ ਨੇ? ਪਰ ਦਰਬ ਚੁਰਾਇਆ। ਪਰ ਦਰਬ ਦਾ ਮਤਲਬ ਪਰਾਇਆ ਧਨ, ਪਰਾਏ ਹੱਕ ਵੀ ਖਾ ਜਾਂਦੇ ਨੇ, ਪਰਾਇਆ ਧਨ। ਹੁਣ ਜੇ ਕੋਈ 10 ਨਵਾਂ ਦੀ ਇਮਾਨਦਾਰੀ ਦੀ ਕਿਰਤ ਕਰਦਾ ਹੈ, ਉਹ ਉਸ ਬੰਦੇ ਦਾ ਹੱਕ ਹੈ, ਉਹਦਾ ਫਰਜ਼ ਹੈ ਕਿ 10 ਨਵਾਂ ਦੀ ਕਿਰਤ ਕਮਾਈ ਇਮਾਨਦਾਰੀ ਦੀ ਕਰਕੇ ਉਹ ਪੈਸਾ ਕਮਾਏ, ਉਹਨੂੰ ਕਮਾਣਾ ਕਹਿੰਦੇ ਨੇ। ਜੋ 2 ਨੰਬਰ ਦੇ ਧੰਦੇ ਨੇ, ਉਹ ਕਮਾਈ ਨਹੀਂ ਹੁੰਦੀ, ਉਹ ਠੱਗੀ ਹੁੰਦੀ ਹੈ। ਤਾਂ ਪੈਸਾ ਕਮਾਏ, ਆਪਣੇ ਪੈਸੇ ਦਾ ਸਹੀ ਬਜਟ ਬਣਾਏ, ਤੇ ਜੇ ਉਹ ਸਹੀ ਪੈਸੇ ਦਾ ਬਜਟ ਬਣਾ ਕੇ ਮਹਿੰਗੀ ਕਾਰ ਲੈਂਦਾ ਹੈ, ਮਹਿੰਗਾ ਮਕਾਨ ਬਣਾਉਂਦਾ ਹੈ, ਤਾਂ ਉਹਦਾ ਹੱਕ ਹੈ, ਉਹਦਾ ਫਰਜ਼ ਹੈ। ਪਰ ਜੇ ਮਾੜੀ ਸੋਚ ਦੇ ਨਾਲ ਪਿਆਰ ਹੋਵੇ, ਜੋ ਜ਼ਹਿਰੀਲੀ ਹੈ, ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਲੋਕ ਪਰਾਇਆ ਧਨ ਵੀ ਠੱਗਣਗੇ ਜਿਨ੍ਹਾਂ ਦੇ ਅੰਦਰ ਸੋਚ ਮਾੜੀ ਹੈ, ਉਹ ਆਤਮਿਕ ਮੌਤ ਤੇ ਮਰੇ ਰਹਿੰਦੇ ਨੇ। ਤੇ ਐਸੇ ਬੰਦਿਆਂ ਦੀ ਫਿਰ ਜੀਵਨੀ ਕੈਸੀ ਹੁੰਦੀ ਹੈ? ਪੁੱਤਰ ਕਲਤਰ ਨਾ ਵਿਸ ਹੈ, ਬਹੁ ਪ੍ਰੀਤ ਲਗਾਇਆ। ਪੁੱਤਰ ਦਾ ਮਤਲਬ ਪੁੱਤਰ ਯਾਨੀ ਔਲਾਦ, ਕਲਤਰ ਦਾ ਮਤਲਬ ਪਤਨੀ, ਨਾ ਵਿਸ ਹੈ ਦਾ ਮਤਲਬ ਵਿਸ਼ਵਾਸ ਨਹੀਂ ਕਰਦੇ, ਵਿਸਾਹ ਨਹੀਂ ਕਰਦੇ। ਬਹੁ ਪ੍ਰੀਤ ਲਗਾਇਆ, ਤੇ ਉਹਨਾਂ ਦੀ ਬੜੀ ਪ੍ਰੀਤ ਮਾਇਆ ਦੇ ਨਾਲ ਹੈ, ਧਨ ਦੌਲਤ ਪ੍ਰਾਪਰਟੀ ਦੇ ਨਾਲ ਹੀ ਮਾਇਆ ਹੁੰਦੀ ਹੈ, ਕਿਉਂਕਿ ਅੰਦਰ ਦੀ ਸੋਚ ਮਾੜੀ ਹੈ। ਤੇ ਜਿਹਦੀ ਅੰਦਰਲੀ ਸੋਚ ਮਾੜੀ ਹੈ ਨਾ, ਉਹ ਆਪਣੀ ਘਰਵਾਲੀ ਤੇ ਔਰ ਆਪਣੇ ਬੱਚਿਆਂ ਤੇ ਵੀ ਵਿਸ਼ਵਾਸ ਨਹੀਂ ਕਰਦੇ। ਤੇ ਅੱਜ ਇਹ ਹਾਲਾਤ ਸਾਡੇ ਸਾਹਮਣੇ ਨੇ। ਆਮ ਕਰਕੇ ਅਸੀਂ ਦੇਖਦੇ ਹਾਂ ਬੇਵਿਸ਼ਵਾਸੀ ਘਰਵਾਲੀਆਂ ਤੇ ਵੀ ਤੇ ਘਰਵਾਲੀਆਂ ਦੀ ਵੀ। ਘਰਵਾਲੀ ਨੂੰ ਘਰਵਾਲੀ ਤੇ ਵਿਸ਼ਵਾਸ ਨਹੀਂ, ਘਰਵਾਲੇ ਨੂੰ, ਤੇ ਘਰਵਾਲੀ ਨੂੰ ਘਰਵਾਲੇ ਤੇ ਵਿਸ਼ਵਾਸ ਨਹੀਂ। ਬੇਵਿਸ਼ਵਾਸੀ ਵੇਖੀ ਜਾ ਸਕਦੀ ਹੈ, ਸਾਰਿਆਂ ਵਿੱਚ ਨਹੀਂ, ਆਮ ਬਹੁਗਿਣਤੀ। ਬੱਚਿਆਂ ਤੇ ਵਿਸ਼ਵਾਸ ਨਹੀਂ ਹੈ, ਬੱਚਿਆਂ ਨੂੰ ਮਾਪਿਆਂ ਤੇ ਵਿਸ਼ਵਾਸ ਨਹੀਂ, ਭਰਾਵਾਂ ਨੂੰ ਭਰਾਵਾਂ ਤੇ ਵਿਸ਼ਵਾਸ ਨਹੀਂ। ਇਹ ਉਹਨਾਂ ਦੀ ਗੱਲ ਹੈ ਸਿਰਫ ਜਿਨ੍ਹਾਂ ਦੇ ਅੰਦਰ ਸੋਚ ਮਾੜੀ ਹੈ। ਜੋ ਚੰਗੀ ਸੋਚ ਵਾਲੇ ਨੇ ਉਹ ਵਿਸ਼ਵਾਸ ਕਰ ਵੀ ਰਹੇ ਨੇ ਔਰ ਉਹ ਵਿਸ਼ਵਾਸ ਦੇ ਪਾਤਰ ਵੀ ਹੈ ਨੇ। ਸਿੱਖ ਤਾਂ ਅਰਦਾਸ ਵਿੱਚ ਰੋਜ਼ ਇਹ ਮੰਗਦਾ ਹੈ, ਸਿੱਖਾਂ ਨੂੰ ਸਿੱਖੀ ਦਾਨ ਵਾਲੇ ਪੈਰੇ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਨਾ, ਵਿਸਾਹ ਦਾਨ, ਭਰੋਸਾ ਦਾਨ, ਸਿੱਖ ਤਾਂ ਗੁਰੂ ਤੋਂ ਹਮੇਸ਼ਾ ਮੰਗ ਰਿਹਾ ਹੈ ਕਿ ਮੈਂ ਦੂਜੇ ਦੇ ਉੱਤੇ ਵਿਸ਼ਵਾਸ ਕਰ ਸਕਾਂ ਔਰ ਮੈਂ ਵਿਸ਼ਵਾਸ ਦਾ ਪਾਤਰ ਵੀ ਬਣ ਸਕਾਂ। ਯਾਨੀ ਤੁਸੀਂ ਹੁਣ ਮੇਰੇ ਤੇ ਵਿਸ਼ਵਾਸ ਕਰੋ ਕਿ ਭਾਈ ਮੋਹਰ ਸਿੰਘ ਬਿਲਕੁਲ ਠੀਕ ਠਾਕ ਬੰਦਾ ਹੈ, ਤੁਸੀਂ ਤਾਂ ਵਿਸ਼ਵਾਸ ਕਰ ਲਿਆ, ਪਰ ਜੇ ਮੈਂ ਵਿਸ਼ਵਾਸਘਾਤ ਕਰ ਜਾਵਾਂ ਫਿਰ ਗੜਬੜ ਹੋ ਗਈ ਨਾ। ਇਸ ਲਈ ਮੈਨੂੰ ਵਿਸ਼ਵਾਸ ਤੇ ਪਾਤਰ ਬਣਨਾ ਚਾਹੀਦਾ ਹੈ। ਜੇ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਰਹੇ ਹੋ ਤਾਂ ਮੈਂ ਉਸ ਵਿਸ਼ਵਾਸ ਨੂੰ ਨਾ ਤੋੜਾਂ, ਵਿਸ਼ਵਾਸ ਤੇ ਪਾਤਰ ਹੋਣਾ ਚਾਹੀਦਾ ਹੈ।
ਜਿਹਦੇ ਤੇ ਮੈਂ ਵਿਸ਼ਵਾਸ ਕਰਨਾ, ਉਹ ਵਿਸ਼ਵਾਸ ਦਾ ਪਾਤਰ ਹੋਣਾ ਚਾਹੀਦਾ ਹੈ। ਤੇ ਯਾਦ ਰੱਖਣਾ, ਹਰ ਗਵਾਚੀ ਹੋਈ ਚੀਜ਼ ਲੱਭ ਜਾਂਦੀ ਹੈ। ਹਰ ਗਵਾਚੀ ਹੋਈ ਚੀਜ਼ ਲੱਭ ਜਾਂਦੀ ਹੈ, ਜਿੱਥੇ ਗਵਾਚਦੀ ਹੈ ਉੱਥੋਂ ਹੀ ਲੱਭ ਜਾਂਦੀ ਹੈ। ਲੇਕਿਨ ਵਿਸ਼ਵਾਸ ਇੱਕ ਵਾਰ ਗਵਾਚ ਜਾਏ, ਉੱਥੋਂ ਲੱਭਣਾ ਬਹੁਤ ਮੁਸ਼ਕਲ ਹੈ। ਵਿਸ਼ਵਾਸ ਨੂੰ ਦੂਜੀ ਵਾਰ ਬਣਾਉਣਾ ਇੰਪੋਸੀਬਲ ਬੇਸ਼ੱਕ ਨਹੀਂ, ਪਰ ਮੁਸ਼ਕਲ ਬਹੁਤ ਹੈ। ਇਸ ਕਰਕੇ ਬਣੇ ਹੋਏ ਵਿਸ਼ਵਾਸ ਨੂੰ ਕਦੇ ਨਾ ਤੋੜੋ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪਰ ਜਿਨ੍ਹਾਂ ਦੀ ਸੋਚ ਮਾੜੀ ਹੈ, ਸੱਚ ਨਾਲੋਂ ਟੁੱਟੇ ਨੇ, ਉਹਨਾਂ ਨੇ ਸਿਰਫ ਧਨ ਦੌਲਤ ਨੂੰ ਆਪਣੀ ਜ਼ਿੰਦਗੀ ਦਾ ਗੋਲ ਬਣਾ ਲਿਆ, ਔਰ ਆਪਣੇ ਪੁੱਤਰਾਂ ਤੇ ਔਰ ਆਪਣੀ ਇਸਤਰੀ ਤੇ ਵੀ ਵਿਸ਼ਵਾਸ ਨਹੀਂ ਕਰਦੇ। ਤੇ ਹੁੰਦਾ ਕੀ ਹੈ, ਰਿਜ਼ਲਟ ਕੀ ਨਿਕਲਦਾ ਹੈ? ਵੇਖਦਿਆਂ ਹੀ ਮਾਇਆ ਤੋਹ ਗਈ, ਪਛੁਤਹਿ ਪਛੁਤਾਇਆ। ਤੋਹ ਗਈ ਦਾ ਮਤਲਬ ਛਲ ਕੇ ਚਲੀ ਗਈ, ਧੋ ਦਾ ਮਤਲਬ ਛਲ ਠੱਗੀ, ਗਈ ਦਾ ਮਤਲਬ ਉਹ ਗਈ, ਉਹ ਗਈ, ਠੱਗੀ ਮਾਰ ਕੇ ਉਹ ਗਈ, ਉਹ ਗਈ। ਮਾਇਆ ਦਾ ਮਤਲਬ ਜੋ ਸਾਡੀ ਸੋਚ ਹੈ, ਮੈਂਟੈਲਿਟੀ। ਵੇਖਦਿਆਂ ਵੇਖਦਿਆਂ ਹੀ ਇਹ ਠੱਗੀ ਮਾਰ ਜਾਂਦੀ ਹੈ ਤੇ ਚਲੀ ਜਾਂਦੀ ਹੈ। ਠੱਗੀ ਕਿਵੇਂ ਮਾਰ ਗਈ? ਮੈਂ ਤੇ ਤੁਹਾਨੂੰ ਠੱਗਦਾ ਰਿਹਾ ਮਾੜੀ ਸੋਚ ਕਰਕੇ, ਤੇ ਠੱਗਿਆ ਮੈਂ ਹੀ ਗਿਆ, ਮੇਰਾ ਆਤਮਿਕ ਜੀਵਨ ਬਰਬਾਦ ਹੋ ਗਿਆ, ਮੇਰੇ ਅੰਦਰੋਂ ਇਨਸਾਨੀਅਤ ਮਰ ਗਈ। ਹੁਣ ਤਾਂ ਠੱਗੇ ਤੁਸੀਂ ਗਏ ਕਿ ਮੈਂ? ਤੁਹਾਡਾ ਤੇ ਮੈਂ 10-20 ਹਜ਼ਾਰ ਪਾਉਂਡ ਮਾਰ ਜਾਵਾਂਗਾ, ਤੇ 10-20 ਹਜ਼ਾਰ ਪਾਉਂਡ ਤੁਸੀਂ ਹੋਰ ਕਮਾ ਲੈਣਾ, ਤੇ ਮੇਰੇ ਅੰਦਰੋਂ ਜਿਹੜੀ ਇਨਸਾਨੀਅਤ ਮਰ ਗਈ, ਕੀ ਉਹ ਵਾਪਸ ਆ ਜਾਏਗੀ ਕਦੇ? ਠੱਗਿਆ ਗਿਆ ਨਾ, ਅਸਲ ਤੇ ਮੈਂ ਠੱਗਿਆ ਗਿਆ, ਮੇਰਾ ਆਤਮਿਕ ਜੀਵਨ ਠੱਗਿਆ ਗਿਆ, ਮੇਰਾ ਵਿਸ਼ਵਾਸ ਖਤਮ ਹੋ ਗਿਆ, ਮੇਰੇ ਅੰਦਰੋਂ ਇਨਸਾਨੀਅਤ ਚਲੀ। ਤਾਂ ਗੁਰੂ ਜੀ ਕਹਿੰਦੇ ਨੇ, ਵੇਖਦਿਆਂ ਵੇਖਦਿਆਂ ਹੀ ਇਹ ਜੋ ਮਾਇਆ ਹੈ, ਇਸ ਬੰਦੇ ਨੂੰ ਠੱਗ ਕੇ ਉਹ ਜਾਂਦੀ ਹੈ, ਪਛਤੇ ਪਛਤਾਇਆ, ਤੇ ਆਖਿਰ ਫਿਰ ਇਹ ਪਛਤਾਵਾ ਲੈਂਦਾ ਹੈ, ਹੋ ਕੇ ਲੈਂਦਾ ਰਹਿੰਦਾ ਹੈ। ਜਿਹੜੇ ਐਸੇ ਲੋਕ ਨੇ, ਆਖਿਰ ਉਹ ਮਾਨਸਿਕ ਪਰੇਸ਼ਾਨੀਆਂ ਹੰਡਾਉਂਦੇ ਨੇ। ਜਮਦਰ ਬੱਧੇ ਮਾਰੀਆਂ ਹੈ, ਨਾਨਕ ਹਰ ਪਾਇਆ। ਹਰ ਪਾਇਆ ਦਾ ਮਤਲਬ ਰੱਬ ਨੂੰ ਐਵੇਂ ਹੀ ਪਾਉਂਦਾ ਹੈ। ਪਾਉਂਦਾ ਦਾ ਮਤਲਬ ਰੱਬ ਦਾ ਇੱਕ ਕੁਦਰਤ ਦਾ ਸਿਸਟਮ ਹੈ ਕਿ ਜਿਹੜੇ ਬੰਦੇ ਐਸਾ ਕੰਮ ਕਰਨਗੇ, ਜਮਦਰ ਬੱਧੇ ਮਾਰੀਆਂ, ਉਹ ਜਮਾਂ ਦੇ ਦਰ ਦੇ ਉੱਤੇ ਬੱਧੇ ਹੋਏ ਮਾਰੇ ਜਾਂਦੇ ਨੇ, ਦੁਖੀ ਹੁੰਦੇ ਨੇ। ਜਮ ਕਿਹੜੇ ਨੇ? ਇਹ ਨਹੀਂ ਕਿ ਮਰਨ ਤੋਂ ਬਾਅਦ ਕਿਰੇ ਨਰਕ 'ਚ ਬੱਝੇ ਜਾਂਦੇ ਨੇ ਬੰਦੇ। ਐਸੇ ਜ਼ਿੰਦਗੀ ਵਿੱਚ ਆਤਮਿਕ ਮੌਤ ਦੇ ਵਿੱਚੋਂ ਮਰ ਜਾਂਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜਮ ਨੇ। ਇਹਨਾਂ ਜਮਾਂ ਨੇ ਉਹਨਾਂ ਨੂੰ ਬੰਨਿਆ ਹੁੰਦਾ ਹੈ। ਕਾਮ, ਕ੍ਰੋਧ ਇਹ ਜਕੜੇ ਹੁੰਦੇ ਨੇ, ਤੇ ਹਰ ਸਮੇਂ ਉਹ ਪਰੇਸ਼ਾਨ ਰਹਿੰਦੇ ਨੇ। ਜੇ ਕਿਸੇ ਨੂੰ ਉਹਨਾਂ ਨੂੰ ਚਾਹ ਨਹੀਂ ਪਹਿਲੋਂ ਪੁੱਛੀ, ਉਹ ਤਾਂ ਪਰੇਸ਼ਾਨ ਹੋ ਜਾਂਦੇ ਨੇ। ਜੇ ਉਹਨਾਂ ਦਾ ਥੋੜਾ ਬਹੁਤਾ ਕੋਈ ਹੋਰ ਕੰਮ ਵਿਗੜ ਜਾਏ ਤਾਂ ਪਰੇਸ਼ਾਨ ਹੋ ਜਾਂਦੇ ਨੇ। ਭਾਵ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਜਮਾਂ ਦੇ ਬੱਝੇ ਹੋਏ ਉਹ ਹਮੇਸ਼ਾ ਦੁਖੀ ਔਰ ਅਸ਼ਾਂਤ ਰਹਿੰਦੇ ਨੇ, ਆਤਮਿਕ ਮੌਤ ਤੇ ਮਾਰੇ ਜਾਂਦੇ ਨੇ। ਸ਼ਲੋਕ ਮਹਿਲਾ ਪਹਿਲਾ। ਗਿਆਨ ਵਿਹੂਣਾ ਗਾਵੇ ਗੀਤ। ਹੁਣ ਇੱਥੇ ਜੋ ਧਾਰਮਿਕ ਲੋਕ ਨੇ, ਧਾਰਮਿਕ ਪੁਜਾਰੀ ਨੇ, ਧਾਰਮਿਕ ਪ੍ਰਚਾਰਕ ਲੋਕ ਨੇ, ਉਹਨਾਂ ਦੀ ਗਿਣਤੀ ਕਰਦੇ ਨੇ। ਜਿਹੜੇ ਵਿਖਾਵੇ ਦੀ ਜ਼ਿੰਦਗੀ ਜੀ ਰਹੇ ਨੇ, ਕਹਿ ਕੁਛ ਰਹੇ ਨੇ, ਵਿਖਾ ਕੁਛ ਰਹੇ ਨੇ, ਲੇਕਿਨ ਅੰਦਰੋਂ ਸੋਚ ਉਹਨਾਂ ਦੀ ਕੁਛ ਹੋਰ ਹੈ। ਤਾਂ ਰਿਜ਼ਲਟ ਸੋਚ ਦਾ ਨਿਕਲਣਾ ਹੁੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਗਿਆਨ ਵਿਹੂਣਾ ਗਾਵੇ ਗੀਤ। ਭਾਈ ਸਾਹਿਬ ਸਿੰਘ ਜੀ ਇਸ ਦਾ ਅਰਥ ਕਰ ਰਹੇ ਨੇ ਕਿ ਪੰਡਿਤ ਦਾ ਇਹ ਹਾਲ ਹੈ ਕਿ ਉਹ ਪਰਮਾਤਮਾ ਦੇ, ਰੱਬ ਦੇ ਭਜਨ ਗਾ ਰਿਹਾ ਹੈ, ਗੀਤ ਗਾ ਰਿਹਾ ਹੈ, ਲੇਕਿਨ ਗਿਆਨ ਵਿਹੂਣਾ। ਪਰ ਆਤਮਿਕ ਜੀਵਨ ਦੀ ਸੂਝ ਤੋਂ ਸਿੱਖਣਾ ਹੈ, ਜੀਵਨ ਦੀ ਅਸਲੀਅਤ ਤੋਂ ਸਿੱਖਣਾ ਹੈ, ਤੇ ਭਜਨ ਗਾ ਰਿਹਾ ਹੈ। ਮਤਲਬ ਇਹ ਸਿਰਫ ਉਸ ਭਜਨ ਬੰਦਗੀ ਨੂੰ ਆਪਣੇ ਜੀਵਨ ਦੀ ਰੋਜੀ ਰੋਟੀ ਦਾ ਵਸੀਲਾ ਬਣਾਈ ਰੱਖਦਾ, ਔਰ ਅਸਲੀਅਤ ਤੋਂ ਸਿੱਖਣਾ ਹੈ। ਜ਼ਿੰਦਗੀ ਦੀ ਅਸਲੀਅਤ ਨਹੀਂ ਹੈ। ਜੋ ਕੁਛ ਉਹ ਕਹਿ ਰਿਹਾ ਹੈ ਉਹ ਕੁਛ ਕਰ ਨਹੀਂ ਰਿਹਾ, ਗੀਤ ਗਾਈ ਜਾ ਰਿਹਾ ਹੈ। ਗਿਆਨ ਤੋਂ ਸਿੱਖਣਾ, ਆਤਮਿਕ ਜੀਵਨ ਦੀ ਸੂਝ ਨਹੀਂ, ਸਮਝ ਨਹੀਂ ਕਿ ਇਹ ਸਮਾਜ ਨੇ ਕਿਵੇਂ ਸੋਹਣਾ ਬਣਨਾ ਹੈ, ਇਹ ਸਮਾਜ ਚੋਂ ਜਾਤੀਵਾਦ ਕਿਵੇਂ ਖਤਮ ਹੋਵੇ, ਆਰਥਿਕ ਸਮਾਨਤਾ ਕਿਵੇਂ ਆਵੇ, ਰਾਜਨੀਤੀ ਦੇ ਅੰਦਰ ਜੋ ਭ੍ਰਿਸ਼ਟਤਾ ਹੈ ਉਹਨੂੰ ਕਿਵੇਂ ਖਤਮ ਕੀਤਾ ਜਾਏ, ਬੰਦੇ ਦੇ ਅੰਦਰ ਆਤਮਿਕ ਜੀਵਨ ਕਿਵੇਂ ਪੈਦਾ ਹੋਵੇ, ਪਰਿਵਾਰਕ ਕਲ ਕਲੇਸ਼ ਕਿਵੇਂ ਮੁੱਕਣ, ਇਨਸਾਨ ਦੇ ਅੰਦਰ ਇਨਸਾਨੀਅਤ ਕਿਵੇਂ ਪੈਦਾ ਹੋਵੇ, ਇਸ ਗੱਲ ਤੋਂ ਵਾਂਝਾ ਗੀਤ ਗਾ ਰਿਹਾ ਹੈ। ਭੁੱਖੇ ਮੁੱਲਾਂ ਘਰੇ ਮਸੀਤ। ਪਹਿਲਾਂ ਪੰਡਤ ਦੀ ਗੱਲ ਕਰਕੇ ਹੁਣ ਮੁੱਲਾਂ ਦੀ ਗੱਲ ਕਰ ਰਹੇ ਨੇ। ਇਹ ਹੁਣ ਉਹਨਾਂ ਦੀ ਗੱਲ ਹੈ ਜੋ ਜੀਵਨ ਦੇ ਅਸਲੀਅਤ ਤੋਂ ਭੁੱਲੇ ਹੋਏ ਨੇ, ਸਾਰਿਆਂ ਦੀ ਨਹੀਂ।
ਚੰਗਾ ਵੀ ਹੋ ਸਕਦਾ ਕੋਈ। ਗੁਰੂ ਜੀ ਕਹਿੰਦੇ ਨੇ ਭੁੱਖੇ ਮੁੱਲਾਂ ਘਰੇ ਮਸੀਤ, ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਇਹ ਮਸੀਤ ਹੀ, ਘਰ ਨੂੰ ਹੀ ਉਹ ਮਸੀਤ ਬਣਾ ਲੈਂਦਾ, ਘਰ ਵਿੱਚ ਹੀ ਮਸੀਤ ਬਣਾ ਲੈਂਦਾ। ਮਤਲਬ ਕਿ ਰੋਟੀ ਲਈ ਘਰ ਨੂੰ ਹੀ ਮਸੀਤ ਬਣਾ ਲੈਂਦਾ ਕਿ ਇੱਥੇ ਹੀ ਕੋਈ ਚੜਾਵਾ ਆਣ ਕੇ ਚੜਾ ਜਾਏ। ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਵੀ ਰੋਜੀ ਦੀ ਖਾਤਰ ਹੈ। ਭਾਵ ਮੁੱਲਾਂ ਨੇ ਵੀ ਬਾਂਗ, ਨਮਾਜ਼ ਆਦਿਕ ਮਸੀਤ ਦੀ ਕਿਰਿਆ ਨੂੰ ਰੋਟੀ ਦਾ ਵਸੀਲਾ ਬਣਾ ਲਿਆ। ਜੇ ਉਹ ਆਪ ਚੰਗੀ ਜ਼ਿੰਦਗੀ ਨਹੀਂ ਜੀ ਰਿਹਾ, ਆਪ ਜੇ ਉਹਦੇ ਅੰਦਰ ਇਨਸਾਨੀਅਤ ਨਹੀਂ ਹੈ, ਤਾਂ ਫਿਰ ਰੋਟੀ ਦਾ ਵਸੀਲਾ ਹੋ ਗਿਆ ਨਾ। ਮਖੱਟੂ ਹੋਏ ਕੇ ਕੰਨ ਪੜਾਏ। ਹੁਣ ਤੀਜਾ ਇੱਕ ਹੋਰ ਹੈ। ਮਖੱਟੂ ਦਾ ਮਤਲਬ ਜੋ ਖੱਟ ਕਮਾ ਨਾ ਸਕੇ, ਜੋ ਕਮਾਈ ਨਾ ਕਰੇ, ਕਿਰਤ ਨਾ ਕਰੇ। ਕੰਨ ਪੜਾਏ ਦਾ ਮਤਲਬ ਕੰਨ ਪੜਵਾ ਲੈਂਦਾ, ਜੋਗੀ ਬਣ ਜਾਂਦਾ। ਹੁਣ ਇੱਕ ਮਖੱਟੂ ਹੈ ਬੰਦਾ, ਕਮਾਈ ਨਹੀਂ ਕਰ ਸਕਿਆ, ਕਿਰਤ ਨਹੀਂ ਕੀਤੀ, ਤੇ ਕੰਨ ਪੜਵਾ ਕੇ ਜੋਗੀ ਬਣ ਗਿਆ, ਜੰਗਲਾਂ ਵਿੱਚ ਚਲਾ ਗਿਆ। ਫਕਰ ਕਰੇ, ਫਕਰ ਕਰੇ ਦਾ ਮਤਲਬ ਫਕੀਰੀ ਕਰਦਾ ਹੈ, ਹੰਕਾਰ ਕਰਦਾ ਹੈ, ਮਾਣ ਕਰਦਾ ਹੈ ਕਿ ਮੈਂ ਫਕੀਰ ਹਾਂ। ਫਕਰ ਕਰੇ, ਫਕੀਰੀ ਕਰਦਾ ਹੈ। ਹੋਰ ਜਾਤ ਗਵਾਏ, ਹੋਰ ਦਾ ਮਤਲਬ ਹੋਰ ਨੂੰ, ਜਾਤ ਦਾ ਮਤਲਬ ਜਾਂਦਾ ਹੈ, ਗਵਾਏ ਦਾ ਮਤਲਬ ਗਵਾਈ ਜਾਂਦਾ ਹੈ, ਹੋਰਾਂ ਦਾ ਵੀ ਜੀਵਨ ਗਵਾਈ ਜਾਂਦਾ ਹੈ। ਹੋਰਾਂ ਨੂੰ ਵੀ ਐਸੀ ਪ੍ਰੇਰਨਾ ਦੇ ਰਿਹਾ ਹੈ, ਸਮਾਜ ਦੇ ਉੱਤੇ ਵੀ ਵਜਨ ਬਣ ਗਿਆ ਹੈ। ਕੰਨ ਪੜਵਾ ਲੈ, ਜੋਗੀ ਬਣ ਗਿਆ। ਹੋਰ ਜਾਤ ਗਵਾਏ, ਜਾਤ ਦਾ ਮਤਲਬ ਜਾਂਦਾ ਹੈ, ਹੋਰ ਦਾ ਮਤਲਬ ਹੋਰਨਾਂ ਨੂੰ ਵੀ ਸਿੱਖਿਆ ਭੈੜੀ ਦੇ ਰਿਹਾ ਹੈ, ਹੋਰਨਾਂ ਨੂੰ ਵੀ ਸਿੱਖਿਆ ਤਿਆਗ ਦੀ ਦੇ ਰਿਹਾ ਹੈ। ਹੋਰਾਂ ਦੇ ਉੱਤੇ ਵੀ ਉਹ ਵਜਨ ਬਣਿਆ ਹੋਇਆ ਹੈ। ਗੁਰ ਪੀਰ ਸਦਾਏ ਮੰਗਣ ਜਾਏ। ਉਂਝ ਆਪਣੇ ਆਪ ਨੂੰ ਗੁਰੂ ਸਦਾਉਂਦਾ ਹੈ, ਪੀਰ ਖਵਾਉਂਦਾ ਹੈ ਤੇ ਮੈਂ ਤੁਹਾਡਾ ਗੁਰੂ ਹਾਂ, ਉਸਤਾਦ ਹਾਂ, ਧਾਰਮਿਕ ਰਾਹ ਵਿਖਾ ਰਿਹਾ, ਕਿਰਤਕਾਰ ਕਰਦਾ ਨਹੀਂ। ਮੰਗਣ ਜਾਏ, ਪਰ ਰੋਟੀ ਘਰ ਘਰ ਜਾ ਕੇ ਮੰਗਦਾ ਹੈ। ਹੁਣ ਜੋ ਵੀ ਮੰਗ ਰਿਹਾ ਨਾ, ਘਰਾਂ ਦੇ ਅੰਦਰ ਜਾ ਕੇ ਰੋਟੀ ਮੰਗ ਰਿਹਾ ਹੈ, ਲੋੜ ਪੈਂਦੀ ਹੈ ਭੋਜਨ ਦੀ, ਗ੍ਰਸਤੀਆਂ ਦੇ ਘਰੋਂ ਮੰਗਦਾ ਹੈ, ਕੱਪੜੇ ਦੀ ਲੋੜ ਪੈਂਦੀ ਹੈ ਉੱਥੋਂ ਮੰਗਦਾ ਹੈ, ਘਰ ਘਰ ਦੇ ਅੰਦਰ ਮੰਗ ਰਿਹਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਤਾਂ ਕਿ ਮੂਲ ਨਾ ਲੱਗੀਏ ਪਾਏ। ਅਜਿਹੇ ਬੰਦੇ ਦੇ ਪੈਰੀਂ ਕਦੇ ਨਹੀਂ ਲੱਗਣਾ ਚਾਹੀਦਾ, ਅਜਿਹੇ ਬੰਦੇ ਦੇ ਪੈਰੀਂ ਨਹੀਂ ਲੱਗਣਾ ਚਾਹੀਦਾ। ਪੈਰੀਂ ਲੱਗਣ ਦਾ ਮਤਲਬ ਇੱਕ ਤਾਂ ਇਹਨਾਂ ਨੂੰ ਮੱਥੇ ਟੇਕਣੇ, ਇੱਕ ਐਸੇ ਲੋਕਾਂ ਨੂੰ ਦਾਨ ਦਕਸ਼ਨਾ ਦੇ ਕੇ ਆਪਣੀ ਕਮਾਈ ਦਾ ਹਿੱਸਾ ਐਵੇਂ ਖਰਾਬ ਕਰਨਾ। ਤੇ ਖਾਸ ਜਿਹੜੀ ਗੱਲ ਹੈ ਕਿ ਐਸੇ ਦੱਸੇ ਲੋਕਾਂ ਦੇ ਰਾਹ ਤੇ ਨਹੀਂ ਚੱਲਣਾ ਚਾਹੀਦਾ, ਕਰਮ ਕਾਂਡਾਂ ਦੇ ਵਿੱਚ ਫਸਾਣਗੇ, ਐਸੇ ਲੋਕਾਂ ਤੋਂ ਬਚਣਾ ਚਾਹੀਦਾ ਹੈ। ਹੁਣ ਬਾਕੀ ਗੱਲ ਆ ਗਈ, ਬਾਕੀ ਦੇ ਲੋਕ ਤਾਂ ਗਿਣੇ ਗਏ, ਬਾਕੀ ਰਹਿ ਗਏ ਸਾਡਾ ਵਰਗ, ਜਿਹਦੇ ਵਿੱਚ ਮੈਂ ਸ਼ਾਮਲ ਹਾਂ, ਸਾਡਾ ਪ੍ਰਚਾਰਕ ਵਰਗ, ਗ੍ਰੰਥੀ ਭਾਈ। ਕਿਉਂਕਿ ਗੁਰੂ ਨਾਨਕ ਦੇਵ ਦੇ ਵੇਲੇ ਗ੍ਰੰਥੀ ਭਾਈ ਤੇ ਹੈ ਨਹੀਂ ਸਨ। ਸੇਮ ਇਸ ਕੰਡੀਸ਼ਨ ਵਿੱਚ ਅਸੀਂ ਵੀ ਆਉਂਦੇ ਹਾਂ। ਜੇ ਕੋਈ ਬੰਦਾ ਗੁਰਬਾਣੀ ਪੜ੍ਹਦਾ ਹੈ, ਕਥਾ ਕਰਦਾ ਹੈ, ਕੀਰਤਨ ਕਰਦਾ ਹੈ, ਲੇਕਿਨ ਆਪ ਉਹਦਾ ਜੀਵਨ ਜੇ ਚੰਗਾ ਨਹੀਂ, ਤੇ ਇਸੇ ਕੈਟੇਗਰੀ ਵਿੱਚ ਹੀ ਆਏਗਾ। ਗੱਲ ਤਾਂ ਆਚਰਨ ਦੀ ਹੈ ਨਾ। ਜੇ ਆਚਰਨ ਨਹੀਂ ਹੈ ਤਾਂ ਫਿਰ ਸਾਡਾ ਵੀ ਰੋਜੀ ਰੋਟੀ ਦਾ ਵਸੀਲਾ ਬਣ ਕੇ ਰਹਿ ਜਾਏਗਾ ਕਿ ਰੋਜੀ ਰੋਟੀ ਵਾਸਤੇ ਪੁਜਾਰੀ ਵਰਗੇ ਇਹਨਾਂ ਚੀਜ਼ਾਂ ਨੂੰ ਵਰਤ ਰਿਹਾ ਹੈ, ਆਪਣਾ ਜੀਵਨ ਨਹੀਂ, ਜੀਵਨ ਦੀ ਸਮਝ ਨਹੀਂ, ਆਤਮਿਕ ਜੀਵਨ ਦੀ ਸੂਝ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ ਐਸੇ ਲੋਕਾਂ ਦੇ ਪੈਰੀ ਨਾ ਲੱਗੋ, ਤਾਂ ਕਿ ਮੂਲ ਨਾ ਲੱਗੀਏ ਪਾਏ। ਸਗੋਂ ਘਾਲ ਖਾਏ ਕਿਛ ਹੱਥੋਂ ਦੇ, ਜੋ ਮਨੁੱਖ ਮਿਹਨਤ ਕਰਦਾ ਹੈ, ਮਿਹਨਤ ਕਰਦਾ ਹੈ ਔਰ ਆਪਣੀ ਮਿਹਨਤ ਦੇ ਨਾਲ ਕਮਾ ਕੇ ਖਾਂਦਾ ਹੈ। ਕਿਛ ਹੱਥੋਂ ਦੇ ਦਾ ਮਤਲਬ ਕਿਸੇ ਦੀ ਸਹਾਇਤਾ ਕਰਦਾ ਹੈ, ਹੈਲਪ ਕਰਦਾ ਹੈ। ਜਿਹੜਾ ਬੰਦਾ ਦਸਾਂ ਨਵਾਂ ਦੀ, ਧਰਮ ਦੀ ਸੱਚੀ ਸੁੱਚੀ ਕਿਰਤ ਕਰਦਾ ਹੈ ਔਰ ਕਿਸੇ ਦੀ ਹੈਲਪ ਕਰ ਦਿੰਦਾ ਹੈ, ਉਹ ਜਿਹੜਾ ਬੰਦਾ ਹੈ ਨਾਨਕ ਰਾਹ ਪਛਾਣੇ ਸੇ। ਗੁਰੂ ਜੀ ਕਹਿੰਦੇ ਨੇ ਅਜਿਹੇ ਬੰਦੇ ਜ਼ਿੰਦਗੀ ਦਾ ਸਹੀ ਰਾਸਤਾ ਪਛਾਣਦੇ ਨੇ। ਯਾਨੀ ਜ਼ਿੰਦਗੀ ਦਾ ਸਹੀ ਰਾਸਤਾ ਕੀ ਹੈ? ਸੱਚ ਨੂੰ ਆਧਾਰ ਬਣਾ ਕੇ ਆਪਣੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨਾ। ਜ਼ਿੰਦਗੀ ਦਾ ਰਾਸਤਾ ਕੀ ਹੈ? ਜੋ ਵੀ ਡਿਊਟੀ ਹੈ ਉਹਨੂੰ ਸੱਚ ਨੂੰ ਬੇਸ ਬਣਾ ਕੇ ਆਪਣੀ ਰੋਜੀ ਰੋਟੀ ਪੈਦਾ ਕਰਨੀ, ਝੂਠ ਫਰੇਬ ਤੋਂ ਬਚਣਾ, ਉੱਚਾ ਸੁੱਚਾ ਆਚਰਨ ਹੋਣਾ, ਪਿਆਰ ਮੁਹੱਬਤ ਵਾਲਾ ਜੀਵਨ ਹੋਣਾ, ਇਨਸਾਨੀਅਤ ਦੇ ਧਾਰਨੀ ਹੋਣਾ, ਰੱਬੀ ਰਜ਼ਾ ਦੇ ਅੰਦਰ ਤੁਰਨਾ। ਉਹ ਬੰਦਾ ਜੀਵਨ ਦਾ ਸਹੀ ਰਾਸਤਾ ਪਛਾਣਦਾ ਹੈ ਕਿ ਆਪਣੀ ਕਿਰਤ ਕਮਾਈ ਆਪ ਕਰਨੀ,
ਔਰ ਉਸ ਕਿਰਤ ਕਮਾਈ ਦੇ ਵਿੱਚੋਂ ਜੇ ਕੋਈ ਲੋੜਵੰਦ ਦੀ ਹੈਲਪ ਕਰ ਸਕਦਾ ਹੈ ਤਾਂ ਉਹਦੀ ਸਹਾਇਤਾ ਕਰਨੀ। ਉਹ ਬੰਦਾ ਜੀਵਨ ਦੇ ਸਹੀ ਰਾਸਤੇ ਨੂੰ ਪਛਾਣਦਾ ਹੈ। ਹੁਣ ਦੇਖੋ ਕਿੰਨਾ ਸੌਖਾ ਰਾਹ ਹੈ ਨਾ ਰੱਬ ਦੇ ਮਿਲਾਪ ਦਾ। ਇਹ ਰੱਬ ਦੀ ਭਗਤੀ ਹੈ, ਇਹ ਰੱਬ ਦੀ ਬੰਦਗੀ ਹੈ, ਇਹ ਸਿਮਰਨ ਹੈ, ਇਹੋ ਹੀ ਭਗਤੀ ਹੈ ਕਿ ਆਪਣੀ ਇਮਾਨਦਾਰੀ ਦੇ ਨਾਲ ਕਿਰਤ ਕਰਨੀ। ਜੇ ਤੁਸੀਂ ਦੁਕਾਨ ਚਲਾ ਰਹੇ ਹੋ ਤੇ ਇਮਾਨਦਾਰੀ ਨਾਲ, ਜੇ ਵਪਾਰ ਕਰ ਰਹੇ ਹੋ ਤੇ ਇਮਾਨਦਾਰੀ ਨਾਲ, ਜੇ ਜੌਬ ਕਰ ਰਹੇ ਹੋ ਤਾਂ ਇਮਾਨਦਾਰੀ ਨਾਲ, ਜੇ ਹੁਣ ਮੈਂ ਕਥਾ ਕੀਰਤਨ ਕਰ ਰਿਹਾ ਤਾਂ ਇਮਾਨਦਾਰੀ ਦੇ ਨਾਲ, ਸੱਚ ਨੂੰ ਬੇਸ ਬਣਾ ਕੇ। ਯਾਨੀ ਜੋ ਵੀ ਤੁਹਾਡੀ ਡਿਊਟੀ ਹੈ ਉਹਨੂੰ ਇਮਾਨਦਾਰੀ ਦੇ ਨਾਲ ਕਰੋ। ਨੰਬਰ 2, ਉੱਚਾ ਸੁੱਚਾ ਆਚਰਨ ਰੱਖੋ, ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਵੋ ਤੇ ਕਿਸੇ ਦੂਜੇ ਦੀ ਹੈਲਪ ਕਰੋ, ਤਾਂ ਹੀ ਜੀਵਨ ਸਹੀ ਹੋ ਸਕਦਾ ਹੈ। ਇਹੀ ਜੀਵਨ ਦਾ ਸੱਚਾ ਰਾਸਤਾ ਹੈ। ਤੇ ਜੇ ਅੰਦਰੋਂ ਹੋਰ ਤੇ ਬਾਹਰੋਂ ਹੋਰ ਨੇ, ਜਿੰਨਾ ਵੀ ਆ ਪੁਜਾਰੀ ਵਰਗ ਹੈ, ਜਿਹਦੇ ਵਿੱਚ ਮੈਂ ਖੁਦ ਵੀ ਸ਼ਾਮਲ ਹਾਂ, ਇਹਨਾਂ ਨੇ ਜੀਵਨ ਦੇ ਰਾਸਤੇ ਨੂੰ ਨਹੀਂ ਪਛਾਣਿਆ। ਮਹਿਲਾ ਪਹਿਲਾ, ਮਨਹੁ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ। ਇਹ ਜਾਣਨੀ ਨੂੰ ਥੋੜਾ ਧਿਆਨ ਦੇ ਨਾਲ ਪੜਨਾ ਹੈ। ਵਿਚਕਾਰ ਰਣਾਣਾ ਹੈ, ਲਾਸਟ ਵਿੱਚ ਨੰਨਾ ਹੈ। ਇਹ ਨਾ ਉਚਾਰਨ ਦੇ ਵਿੱਚ ਇਹੋ ਜਿਹੀਆਂ ਛੋਟੀਆਂ ਗਲਤੀਆਂ ਹੁੰਦੀਆਂ ਨੇ, ਇਹਨੂੰ ਆਮ ਕਰਕੇ ਪੜ ਦਿੰਦੇ ਨੇ ਜਾਣਨੀ। ਹੁਣ ਧਿਆਨ ਨਾਲ ਸੁਣਿਓ, ਜਦੋਂ ਮੈਂ ਪੜਾਂਗਾ ਨਾ ਜਾਣਨੀ ਤਾਂ ਵਿਚਕਾਰ ਨੰਨਾ ਬੋਲ ਰਿਹਾ, ਬਾਅਦ ਵਿੱਚ ਰਣਾਣਾ ਬੋਲ ਰਿਹਾ। ਫਿਰ ਧਿਆਨ ਨਾਲ ਸੁਣੋ, ਜਾਣਨੀ ਜਾਣਨੀ ਗਲਤ ਹੋ ਗਿਆ ਨਾ। ਵਿਚਕਾਰ ਨਨਾਣਾ ਬੋਲਣਾ, ਲਾਸਟ ਵਿੱਚ ਨੰਨਾ ਹੈ। ਜਾਣਨੀ ਜਾਣਨੀ। ਮਨਹੁ ਦੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ। ਮਨ ਤੋਂ ਅੰਨੇ ਕੂਪ, ਮਨ ਤੋਂ ਅੰਨੇ ਖੂਹ ਹੈ। ਅੰਨੇ ਖੂਹ ਦਾ ਮਤਲਬ ਬਹੁਤ ਮੂਰਖ। ਬਿਰਧ ਦਾ ਮਤਲਬ ਇਨਸਾਨੀ ਫਰਜ਼। ਕਹਿਆ ਦਾ ਮਤਲਬ ਕਹਿਆ, ਦੱਸਿਆ। ਜੋ ਮਨੁੱਖ ਮਨੋਂ ਅੰਨੇ ਘੁੱਪ ਨੇ, ਭਾਵ ਅਗਿਆਨਤਾ ਦੇ ਭਰੇ ਹੋਏ ਨੇ, ਮੂਰਖ ਨੇ। ਕਹਿਆ ਬਿਰਧ ਨਾ ਜਾਣਨੀ, ਉਹ ਕਹਿਣ ਦੇ ਨਾਲ ਵੀ ਬਿਰਧ ਦਾ ਮਤਲਬ ਆਪਣੇ ਫਰਜ਼ਾਂ ਨੂੰ ਨਹੀਂ ਪਛਾਣਦੇ। ਉਹਨਾਂ ਨੂੰ ਕਹੋ ਕਿ ਬੰਦਾ ਹੋਣ ਦੇ ਨਾਤੇ, ਇਨਸਾਨ ਹੋਣ ਦੇ ਨਾਤੇ ਤੇਰਾ ਇਹ ਫਰਜ਼ ਬਣਦਾ ਹੈ। ਜਿਹੜੇ 6 ਗੱਲਾਂ ਅਸੀਂ ਰੋਜ਼ ਕਰ ਰਹੇ ਹਾਂ ਕਿ ਅੱਖਾਂ ਨਾਲ ਇਸ ਹਰ ਇੱਕ ਦੇ ਵਿੱਚ ਰੱਬ ਨੂੰ ਵੇਖਣਾ, ਹਰ ਧੀ ਭੈਣ ਨੂੰ ਧੀ ਭੈਣ ਤਰ੍ਹਾਂ ਦੇਖਣਾ, ਕੰਨਾਂ ਨਾਲ ਸੱਚ ਸੁਣਨਾ, ਹੱਥਾਂ ਨਾਲ ਸੱਚ ਕਮਾਣਾ, ਪੈਰਾਂ ਨਾਲ ਸੱਚੇ ਰਾਹ ਤੇ ਜਾਣਾ, ਇਹ ਤੇਰੇ ਫਰਜ਼ ਬਣਦੇ ਨੇ, ਇਹ ਮੇਰੇ ਫਰਜ਼ ਬਣਦੇ ਨੇ। ਪਰ ਗੁਰੂ ਜੀ ਕਹਿੰਦੇ ਨੇ ਜਿਹੜੇ ਮੂਰਖ ਮਨੁੱਖ ਨੇ, ਉਹ ਕਹਿਆ ਵੀ ਆਪਣੇ ਫਰਜ਼ ਨੂੰ ਨਹੀਂ ਪਛਾਣਦੇ, ਉਹ ਸੱਚ ਨੂੰ ਨਹੀਂ ਪਛਾਣਦੇ, ਸੱਚ ਦੇ ਨਾਲ ਨਹੀਂ ਜੁੜਦੇ। ਮਨ ਅੰਧ ਹੈ, ਇੱਥੇ ਰੁਕਣਾ ਹੈ। ਮਨ ਅੰਧ ਹੈ, ਊਂਧ ਹੈ ਕਵਲ, ਦਿਸਨ ਖਰੇ ਕਰੂਪ। ਮਨ ਅੰਧੇ ਦਾ ਮਤਲਬ ਮਨ ਕਰਕੇ ਅੰਨੇ ਨੇ। ਊਂਧੇ ਦਾ ਮਤਲਬ ਉਲਟੇ ਹੋਏ, ਪੁੱਠੇ। ਕਵਲ ਦਾ ਮਤਲਬ ਹਿਰਦੇ, ਉਲਟੇ ਹੋਏ ਹਿਰਦੇ। ਖਰੇ ਕਰੂਪ ਦਾ ਮਤਲਬ ਬਹੁਤ ਕੋਝੇ। ਉਲਟੇ ਹੋਏ ਹਿਰਦੇ ਦਾ ਮਤਲਬ ਹੈ ਸੋਚ, ਉਲਟੀ ਸੋਚ, ਸੱਚ ਤੋਂ ਉਲਟੀ ਸੋਚ, ਧਰਮ ਤੋਂ ਉਲਟੀ ਸੋਚ, ਫਰਜ਼ਾਂ ਤੋਂ ਭਗੌੜੇ। ਉਲਟੇ ਖਰੇ, ਉਲਟੇ ਦਾ ਮਤਲਬ ਉਲਟੀ ਸੋਚ। ਮਨ ਅੰਨਾ ਹੋਣ ਕਰਕੇ ਜਿਨ੍ਹਾਂ ਦਾ ਮਨ ਸੱਚ ਵੱਲੋਂ ਉਲਟਿਆ ਹੋਇਆ ਹੈ, ਸੱਚ ਤੋਂ ਵਿਪਰੀਤ ਦਿਸ਼ਾ ਵਿੱਚ ਜਾ ਰਹੇ ਨੇ, ਪੁੱਠੇ ਪਾਸੇ ਜਾ ਰਹੇ ਨੇ। ਦਿਸਨ ਖਰੇ ਕਰੂਪ, ਗੁਰੂ ਜੀ ਕਹਿੰਦੇ ਨੇ ਉਹ ਬੰਦੇ ਬੜੇ ਕੋਝੇ ਲੱਗਦੇ ਨੇ, ਬੜੇ ਭੈੜੇ ਲੱਗਦੇ ਨੇ ਉਹ ਬੰਦੇ। ਕਰੂਪ ਦਾ ਮਤਲਬ ਭੈੜੇ ਰੂਪ ਵਾਲੇ। ਬੇਸ਼ੱਕ ਉਹ ਨੈਣ ਨਕਸ਼ਾਂ ਦੇ ਸੋਹਣੇ ਹੋਣ, ਬੇਸ਼ੱਕ ਉਹਨਾਂ ਨੇ ਬ੍ਰਾਂਡਡ ਕੱਪੜੇ ਪਾਏ ਹੋਣ, ਬੇਸ਼ੱਕ ਉਹਨਾਂ ਨੇ ਲੰਬੇ ਚੋਲੇ ਪਾਏ ਹੋਣ, ਜਾਂ ਗਲਾਂ ਦੇ ਵਿੱਚ ਮਾਲਾ ਪਾਈਆਂ ਹੋਣ, ਜਾਂ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਣ, ਕੁਝ ਵੀ ਹੋਵੇ, ਲੇਕਿਨ ਉਹ ਕਰੂਪ ਨੇ, ਕੋਝੇ ਲੱਗਦੇ ਨੇ। ਜਿਹੜੇ ਮਨ ਕਰਕੇ ਅੰਨੇ ਨੇ, ਜਿਨ੍ਹਾਂ ਦੇ ਸੋਚ ਫਰਜ਼ਾਂ ਤੋਂ ਉਲਟ ਹੈ, ਸੱਚ ਤੋਂ ਉਲਟ ਹੈ। ਇੱਕ ਕਹਿ ਜਾਣੈ ਕਹਿਆ ਬੁੱਝੈ, ਪਰ ਸਾਰੇ ਦੁਨੀਆ ਦੇ ਵਿੱਚ ਮਾੜੇ ਨਹੀਂ। ਇੱਕ ਦਾ ਮਤਲਬ ਕਈ। ਕਹਿ ਜਾਣੇ, ਕਹਿ ਜਾਣੇ ਦਾ ਮਤਲਬ ਕਹਿਣਾ ਵੀ ਜਾਣਦੇ ਨੇ, ਗੱਲ ਕਰਨੀ ਵੀ ਜਾਣਦੇ ਨੇ। ਕਹਿਆ ਬੁੱਝੈ, ਕਹਿਆ ਦਾ ਮਤਲਬ ਕਿਸੇ ਦੂਜੇ ਦਾ ਕਿਹਾ ਹੋਇਆ, ਬੁੱਝੈ ਦਾ ਮਤਲਬ ਉਹਨੂੰ ਸਮਝਦੇ ਨੇ। ਕਈ ਲੋਕ ਐਸੇ ਨੇ ਜਿਹੜੇ ਆਪ ਵੀ ਕਹਿਣਾ ਜਾਣਦੇ ਨੇ, ਚੰਗੀ ਗੱਲ, ਚੰਗੇ ਗੁਣਾਂ ਦੀ ਗੱਲ। ਕਹਿਆ ਬੁੱਝੈ ਤੇ ਦੂਜੇ ਦੇ ਕਹੇ ਹੋਏ ਨੂੰ ਵੀ ਸਮਝਦੇ ਨੇ, ਸੱਚ ਬੋਲਦੇ ਵੀ ਨੇ, ਦਇਆ ਕਰਦੇ ਵੀ ਨੇ, ਔਰ ਜੇ ਕੋਈ ਸੱਚ ਬੋਲਦਾ ਹੈ ਤਾਂ ਉਹਦੇ ਸੱਚ ਨੂੰ ਸਮਝਦੇ ਵੀ ਨੇ, ਡਿਸਕਸ਼ਨ ਕਰਦੇ ਨੇ।
ਆਪ ਵੀ ਕਹਿੰਦੇ ਨੇ ਸੱਚ ਦੀ ਗੱਲ, ਤੇ ਜੇ ਆਪਣੇ ਵਿੱਚ ਕਿਤੇ ਗਲਤੀ ਹੋਵੇ ਦੂਜਾ ਬੰਦਾ ਦੱਸੇ ਤੇ ਉਹਦੀ ਗੱਲ ਵੀ ਸਮਝਦੇ ਨੇ। ਤੇ ਨਰ ਸੁਘੜ ਸਰੂਪ, ਸੁਘੜ ਦਾ ਮਤਲਬ ਸੋਹਣੀ ਕਾੜਤ ਵਾਲੇ, ਸੁਚੱਜੇ, ਸਰੂਪ ਦਾ ਮਤਲਬ ਸੋਹਣੇ, ਉਹ ਬੰਦੇ ਸੋਹਣੇ ਲੱਗਦੇ ਨੇ, ਉਹ ਬੰਦੇ ਸੁਚੱਜੇ ਲੱਗਦੇ ਨੇ, ਉਹਨਾਂ ਦੀ ਬੋਲ ਬਾਣੀ, ਉਹਨਾਂ ਦਾ ਬਿਹੇਵੀਅਰ, ਉਹਨਾਂ ਦਾ ਮਿਲਵਰਤਨ ਬੜਾ ਸੋਹਣਾ ਹੁੰਦਾ ਹੈ, ਸੋਹਣੀ ਕਾੜਤ ਵਾਲੇ ਹੁੰਦੇ ਨੇ, ਸੋਹਣੇ ਲੱਗਦੇ ਨੇ। ਤਾਂ ਜ਼ਰੂਰਤ ਹੈ ਨਾ ਇਹਨਾਂ ਚੀਜ਼ਾਂ ਨੂੰ ਸਮਝਣ ਦੀ। ਲੇਕਿਨ ਬਹੁਤ ਸਾਰੇ ਲੋਕ ਐਸੇ ਨੇ, ਬਹੁ ਗਿਣਤੀ, ਉਹਨਾਂ ਨੂੰ ਸੱਚ ਦੀ ਗੱਲ ਕਹੋ ਨਹੀਂ ਮੰਨਣਗੇ, ਉਹ ਸੁਣਨਗੇ ਹੀ ਨਹੀਂ। ਅਗਲਾ ਬਚਨ ਕਰਦੇ ਨੇ ਕਿ ਕੁਝ ਲੋਕ ਐਸੇ ਨੇ, ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਾਣਨ। ਇੱਥੇ ਨਾਦ ਦਾ ਮਤਲਬ ਹੈ ਹੁਕਮ, ਇੱਥੇ ਥੋੜਾ ਅਰਥਾਂ ਦੇ ਵਿੱਚ ਫਰਕ ਹੈ। ਨਾਦ ਦਾ ਮਤਲਬ ਹੈ ਹੁਕਮ। ਹੁਣ ਜੋ ਅਰਥ ਕੀਤੇ ਨੇ ਆਪਣਾ ਸ਼ਬਦਾਰਥੀ ਵਿਦਵਾਨਾਂ ਨੇ, ਉਹਨਾਂ ਨੇ ਕਿਹਾ ਹੈ ਕਿ ਇੱਕ ਨਾ ਨਾਦ ਮਤਲਬ ਨਾ ਜੋਗੀ ਨੇ, ਨਾ ਗਿਆਨੀ ਤੇ ਨਾ ਰਾਗੀ, ਗੀਤ ਰਸ ਰਾਗ। ਤੇ ਜੋ ਭਾਈ ਸਾਹਿਬ ਸਿੰਘ ਜੀ ਵੀ ਅਰਥ ਕਰ ਰਹੇ ਨੇ, ਨਾਦ ਰਸ, ਨਾਦ ਦਾ ਰਸ, ਵੇਦ ਰਸ, ਵੇਦ ਦਾ ਰਸ, ਗੀ ਰਸ, ਗੀਤ ਦਾ ਰਸ। ਕਈ ਬੰਦਿਆਂ ਨੂੰ ਨਾ ਜੋਗੀਆਂ ਦੇ ਨਾਦ ਦਾ ਰਸ, ਨਾ ਵੇਦ ਦਾ ਸ਼ੌਂਕ, ਨਾ ਰਾਗ ਦੀ ਖਿੱਚ, ਯਾਨੀ ਕਿਸੇ ਤਰ੍ਹਾਂ ਦੇ ਕੋਮਲ ਹੁਨਰ ਵਾਲੀ ਰੁਚੀ ਨਹੀਂ ਹੈ। ਲੇਕਿਨ ਇਸ ਦੇ ਅਰਥ ਜੋ ਨੇ ਉਹ ਐਵੇਂ ਹੋਣਗੇ। ਇੱਕ ਨਾ ਨਾਦ, ਨਾਦ ਦਾ ਮਤਲਬ ਸ਼ਬਦ, ਮਤਲਬ ਹੁਕਮ। ਇੱਥੇ ਨਾਦ ਦਾ ਅਰਥ ਲੈਣਾ ਹੈ ਹੁਕਮ। ਇੱਕ ਨਾ ਨਾਦ, ਇੱਕ ਉਹ ਨੇ ਜਿਨ੍ਹਾਂ ਨੂੰ ਰੱਬੀ ਹੁਕਮ ਬਾਰੇ ਸੂਝ ਨਹੀਂ, ਰੱਬੀ ਹੁਕਮ ਵਿੱਚ ਨਹੀਂ ਤੁਰਦੇ। ਨਾ ਵੇਦ, ਇੱਥੇ ਵੇਦ ਦਾ ਅਰਥ ਲੈਣਾ ਹੈ ਗਿਆਨ, ਨਾ ਉਹਨਾਂ ਨੂੰ ਆਤਮਿਕ ਜੀਵਨ ਦੀ ਸੂਝ ਹੈ। ਗੀ ਰਸ, ਗੀ ਦਾ ਮਤਲਬ ਹੈਗਾ ਗੀਤ, ਗੀਤ ਦਾ ਮਤਲਬ ਸਿਫਤ ਸਲਾਹ, ਰਸ ਦਾ ਮਤਲਬ ਰਸ ਲੈਣਾ। ਨਾ ਹੀ ਉਹਨਾਂ ਨੂੰ ਜਿਹੜੇ ਸ਼ੁਭ ਗੁਣ ਨੇ ਉਹਨਾਂ ਦਾ ਰਸ ਹੈ, ਪ੍ਰਭੂ ਦੀ ਸਿਫਤ ਸਲਾਹ ਦਾ ਰਸ ਵੀ ਨਹੀਂ, ਸ਼ੁਭ ਗੁਣਾਂ ਦੇ ਧਾਰਨੀ ਵੀ ਨਹੀਂ। ਰਸ ਕਸ ਨਾ ਜਾਣਨ, ਤੇ ਇੱਥੇ ਰਸ ਕਸ ਦਾ ਮਤਲਬ ਹੈ ਮਿੱਠੇ ਔਰ ਕਸੈਲੇ ਪਦਾਰਥ, ਉਹਨਾਂ ਨੂੰ ਵੀ ਨਹੀਂ ਜਾਣਦੇ, ਯਾਨੀ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ ਇਹਦੇ ਬਾਰੇ ਵੀ ਨਹੀਂ ਪਤਾ। ਕੁਝ ਲੋਕ ਐਸੇ ਨੇ ਜੋ ਰੱਬੀ ਹੁਕਮ ਬਾਰੇ ਸੂਝ ਨਹੀਂ ਰੱਖਦੇ, ਉਹਨੂੰ ਵੀ ਨਹੀਂ ਮੰਨਦੇ, ਰੱਬੀ ਰਜਾ ਵਿੱਚ ਨਹੀਂ ਰਹਿੰਦੇ। ਨਾ ਵੇਦ, ਕੁਝ ਲੋਕ ਐਸੇ ਨੇ ਜਿਨ੍ਹਾਂ ਨੂੰ ਆਤਮਿਕ ਜੀਵਨ ਦਾ ਗਿਆਨ ਨਹੀਂ ਹੈ। ਗੀ ਰਸ, ਐਸੇ ਨੇ ਜੋ ਪ੍ਰਭੂ ਦੀ ਸਿਫਤ ਸਲਾਹ ਦਾ ਰਸ ਵੀ ਨਹੀਂ ਲੈਂਦੇ। ਰਸ ਕਸ ਨਾ ਜਾਣਨ, ਤੇ ਸਰੀਰਕ ਤੌਰ ਤੇ ਕੀ ਖੁਰਾਕ ਖਾਣੀ ਹੈ ਕੀ ਨਹੀਂ ਖਾਣੀ ਇਹਦੇ ਬਾਰੇ ਵੀ ਨਹੀਂ ਜਾਣਦੇ, ਇਹਦੇ ਬਾਰੇ ਵੀ ਨਹੀਂ ਸੋਚਦੇ। ਇੱਕ ਨਾ ਸੁਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ। ਇਹਨੂੰ ਅਖਰ ਨਹੀਂ ਪੜਨਾ, ਅੱਖਰ। ਸੁਧ ਦਾ ਮਤਲਬ ਸੂਝ, ਬੁੱਧ ਦਾ ਮਤਲਬ ਅਕਲ, ਸਰ ਦਾ ਮਤਲਬ ਸਾਰ ਸਮਝ, ਭਿਓ ਦਾ ਮਤਲਬ ਭੇਤ, ਅੱਖਰ ਕਾ ਭਿਓ ਦਾ ਮਤਲਬ ਇੱਕ ਰੱਬ ਦੀ ਸੂਝ ਸਮਝ ਭੇਤ। ਨਾ ਸੂਝ ਨਾ ਅਕਲ, ਨਾ ਅਕਲ ਦੀ ਸਾਰ, ਵੀ ਜੇ ਕੋਈ ਅਕਲ ਦੀ ਗੱਲ ਕਰੇ ਤੇ ਉਹਦੀ ਵੀ ਬੰਦਾ ਕਦਰ ਕਰ ਲੈ। ਕਈ ਐਸੇ ਨੇ ਨਾ ਜਿਨ੍ਹਾਂ ਨੂੰ ਸੂਝ ਹੈ, ਨਾ ਸਮਝ ਹੈ, ਨਾ ਅਕਲ ਹੈ, ਨਾ ਅਕਲ ਦੀ ਸਾਰ ਹੈ। ਅੱਖਰ ਕਾ ਭਿਓ ਨਾ ਲਹੰਤ, ਤੇ ਜਿਹੜਾ ਅਕਸ਼ਰ ਯਾਨੀ ਸदैवी ਪ੍ਰਭੂ ਹੈ, ਸदैवी ਸੱਚ ਹੈ, ਉਹਦਾ ਵੀ ਭੇਤ ਨਹੀਂ ਹੈ। ਨਾਨਕ ਤੇ ਨਰ ਅਸਲ ਖਰ, ਅਸਲ ਖਰ ਦਾ ਮਤਲਬ ਨਿਰੇ ਖੋਤੇ, ਖਰ ਦਾ ਮਤਲਬ ਹੁੰਦਾ ਹੈ ਖੋਤੇ। ਅਸਲ ਦੇ ਅੰਦਰ ਉਹ ਖੋਤੇ ਨੇ ਨਿਰੇ, ਜੇ ਬਿਨ ਗੁਣ ਗਰਭ ਕਰੰਤ, ਗੁਣਾ ਤੋਂ ਬਿਨਾ ਹੀ ਹੰਕਾਰ ਕਰਦੇ ਨੇ। ਗੁਣ ਕੋਈ ਵੀ ਨਹੀਂ, ਲੇਕਿਨ ਮਾਣ ਬੜਾ ਕਰਦੇ ਨੇ, ਹੰਕਾਰ ਬੜਾ ਕਰਦੇ ਨੇ। ਗੁਰੂ ਜੀ ਕਹਿੰਦੇ ਨੇ ਅਸਲੀ ਖੋਤੇ ਉਹ ਨੇ ਜਿਨ੍ਹਾਂ ਦੇ ਵਿੱਚ ਇਹ ਚੀਜ਼ਾਂ ਨਹੀਂ, ਔਰ ਫਿਰ ਵੀ ਹੰਕਾਰ ਕਰਦੇ ਨੇ। ਦੇਖੋ ਬਹੁਤ ਸਾਰੇ ਲੋਕ ਤੁਹਾਨੂੰ ਮਿਲ ਜਾਣਗੇ ਐਸੇ, ਜਿਹੜੇ ਆਪਣੀਆਂ ਸਿਫਤਾਂ ਦੇ ਪੁਲ ਬੰਨ੍ਹਦੇ ਨੇ, ਔਰ ਚੰਗਾ ਭਲਾ ਪਤਾ ਹੁੰਦਾ ਸੁਣਨ ਵਾਲੇ ਬੰਦੇ ਨੂੰ ਕਿ ਇਹ ਬੰਦਾ ਕਰਪਟ ਹੈ, ਇਹ ਬੰਦਾ ਇਹੋ ਜਿਹਾ ਨਹੀਂ। ਅਸੀਂ ਸਾਰੇ ਰਿਸ਼ਤੇਦਾਰ, ਸੱਜਣ ਮਿੱਤਰ, ਭੈਣ ਭਰਾ, ਯਾਰ ਦੋਸਤ ਇੱਕ ਦੂਜੇ ਨੂੰ ਜਾਣਦੇ ਹੀ ਆ। ਜਿਹੜੇ ਸਾਡੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਅਸੀਂ ਸਾਰੇ ਜਾਣਦੇ ਹਾਂ, ਬੇਸ਼ੱਕ ਪਰਸਨਲ ਨਹੀਂ ਜਾਣਦੇ, ਪਰ ਅਖਬਾਰਾਂ ਵਿੱਚ ਉਹਨਾਂ ਦੀਆਂ ਕਰਤੂਤਾਂ, ਕਰਮ, ਚੰਗੇ ਮਾੜੇ ਸਾਰਿਆਂ ਬਾਰੇ ਜਾਣਦੇ ਹੀ ਹਾਂ। ਤੇ ਜਦੋਂ ਉਹ ਫੁਕਰੀਆਂ ਮਾਰ ਰਹੇ ਹੁੰਦੇ ਨੇ ਨਾ ਐਸੇ ਲੋਕ, ਜਿਨ੍ਹਾਂ ਦੇ ਵਿੱਚ ਗੁਣ ਕੋਈ ਵੀ ਨਹੀਂ, ਜੀਵਨ ਕੋਈ ਵੀ ਨਹੀਂ,
ਤੇ ਅਗਲੇ ਬੰਦੇ ਨੂੰ ਵੀ ਪਤਾ ਹੁੰਦਾ ਵੀ ਇਹ ਗੁਣ ਇਹਦੇ ਵਿੱਚ ਹੈ ਨਹੀਂ, ਗੁਰੂ ਜੀ ਕਹਿੰਦੇ ਨੇ ਉਹ ਅਸਲੀ ਖੋਤੇ ਨੇ। ਐਵੇਂ ਹੀ ਧਾਰਮਿਕ ਲੋਕ ਨੇ ਜਿਨ੍ਹਾਂ ਦੀ ਗਿਣਤੀ ਪਿੱਛੇ ਕੀਤੀ ਹੈ, ਜਿਨ੍ਹਾਂ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਨਹੀਂ, ਆਤਮਿਕ ਜ਼ਿੰਦਗੀ ਜੀ ਨਹੀਂ ਰਹੇ ਤੇ ਲੋਕਾਂ ਨੂੰ ਸਿੱਖਿਆ ਦੇ ਰਹੇ ਨੇ, ਫੁਕਰੀਆਂ ਮਾਰ ਰਹੇ ਨੇ। ਗੁਰੂ ਜੀ ਕਹਿੰਦੇ ਨੇ ਅਸਲ ਦੇ ਅੰਦਰ ਖੋਤੇ ਨੇ ਉਹ ਲੋਕ, ਮੂਰਖ, ਜਿਹੜੇ ਬਿਨਾਂ ਗੁਣਾਂ ਤੋਂ ਹੰਕਾਰ ਕਰਦੇ ਨੇ, ਜਿਨ੍ਹਾਂ ਦੇ ਵਿੱਚ ਜੋ ਗੁਣ ਨਹੀਂ ਉਹਦੇ ਆਪਣੇ ਆਪ ਨੂੰ ਮੁਖਾਉਣ ਦਾ ਯਤਨ ਕਰਦੇ ਨੇ ਕਿ ਮੈਂ ਇਹੋ ਜਿਹਾ ਹਾਂ। ਜਿਵੇਂ ਮਿਸਾਲ ਵਜੋਂ ਮੈਂ ਆਪਣੀ ਗੱਲ ਕਰਾਂ ਕਿ ਮੈਂ ਮਨ ਬਚਨ ਕਰਮ ਕਰਕੇ ਇੱਕ ਨਹੀਂ, ਪਰ ਮੈਂ ਇਹ ਵਿਖਾਉਣ ਦਾ ਯਤਨ ਕਰ ਰਿਹਾ, ਆਪਣੇ ਆਪ ਨੂੰ ਮੈਂ ਐਵੇਂ ਪੇਸ਼ ਕਰ ਰਿਹਾ ਕਿ ਮੈਂ ਐਵੇਂ ਦਾ ਬੰਦਾ ਹਾਂ। ਉਹ ਗੁਣ ਮੇਰੇ ਵਿੱਚ ਨਹੀਂ, ਪਰ ਮੈਂ ਉਹ ਗੁਣ ਆਪਣੇ ਵਿੱਚ ਕਲਪ ਕੇ ਪੇਸ਼ ਕਰ ਰਿਹਾ, ਤਾਂ ਮੈਨੂੰ ਖੋਤਾ ਮੰਨਿਆ ਜਾਏਗਾ। ਇਹਨੂੰ ਇਹ ਚੀਜ਼ ਗੁਰੂ ਜੀ ਸਮਝਾਉਣਾ ਚਾਹ ਰਹੇ ਨੇ ਸਾਨੂੰ। ਪੌੜੀ, ਗੁਰਮੁਖ ਸਭ ਪਵਿੱਤ ਹੈ, ਧਨ ਸੰਪੈ ਮਾਇਆ। ਹੁਣ ਮਨਮੁਖਾਂ ਦੀ ਗੱਲ ਕਰਕੇ, ਸੱਚ ਦੇ ਨਾਲ ਟੁੱਟੇ ਹੋਏ ਲੋਕਾਂ ਦੀ ਗੱਲ ਦੱਸ ਕੇ ਕਿ ਉਹਨਾਂ ਦੀ ਜ਼ਿੰਦਗੀ ਕੈਸੀ ਹੈ, ਵਿਖਾਵੇ ਵਾਲੀ ਜ਼ਿੰਦਗੀ, ਬੇਕਾਰ ਹੈ ਨਾ ਸਾਰਾ ਕੁਝ। ਜਿਨ੍ਹਾਂ ਦੇ ਅੰਦਰ ਸੱਚ ਨਹੀਂ, ਪਿਆਰ ਨਹੀਂ, ਇਨਸਾਨੀਅਤ ਨਹੀਂ, ਉਹ ਪਰਦਰਬ ਵੀ ਚੁਰਾ ਰਹੇ ਨੇ, ਬੇਗਾਨੇ ਹੱਕ ਵੀ ਖਾ ਰਹੇ ਨੇ, ਧਨ ਦੌਲਤ ਵੀ ਇਕੱਠੀ ਕਰ ਰਹੇ ਨੇ। ਨਾ ਧੀਆਂ ਤੇ ਵਿਸ਼ਵਾਸ ਹੈ, ਨਾ ਪੁੱਤਰਾਂ ਤੇ ਵਿਸ਼ਵਾਸ ਹੈ, ਨਾ ਬੱਚਿਆਂ ਤੇ, ਨਾ ਪਤਨੀ ਤੇ ਵਿਸ਼ਵਾਸ, ਕਿਸੇ ਤੇ ਨਹੀਂ। ਐਸੀ ਜ਼ਿੰਦਗੀ ਜੀ ਰਹੇ ਨੇ, ਤਾਂ ਉਹਨਾਂ ਦਾ ਜੀਵਨ, ਉਹਨਾਂ ਦਾ ਧਨ ਇਕੱਠਾ ਕਰਨਾ ਬੇਕਾਰ, ਵਿਅਰਥ ਹੈ। ਲੇਕਿਨ ਗੁਰਮੁਖ ਸਭ ਪਵਿੱਤ ਹੈ, ਧਨ ਸੰਪੈ ਮਾਇਆ। ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ, ਉਹਨਾਂ ਲਈ ਧਨ, ਪਦਾਰਥ ਔਰ ਮਾਇਆ ਸਭ ਕੁਝ ਪਵਿੱਤਰ ਹੈ। ਮਾਇਆ ਦਾ ਮਤਲਬ ਉਹਨਾਂ ਦੀ ਜਿਹੜੀ ਸੋਚ ਹੈ, ਉਹ ਸੋਚ ਵੀ ਪਵਿੱਤਰ ਹੈ। ਉਹਨਾਂ ਦਾ ਧਨ ਦੌਲਤ ਵੀ ਪਵਿੱਤਰ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ। ਪਵਿੱਤਰ ਕਿਉਂ ਹੈ? ਪੈਸਾ ਤੇ ਉਹੀ ਹੈ। ਜਿਹੜੀ ਕਰੰਸੀ ਇੰਗਲੈਂਡ ਵਿੱਚ ਚੱਲ ਰਹੀ ਹੈ, ਕਰੰਸੀ ਤੇ ਮੇਰੇ ਤੁਹਾਡੇ ਕੋਲ ਸਾਰਿਆਂ ਕੋਲ ਇੱਕ ਹੀ ਹੈ। ਇੰਗਲੈਂਡ ਵਿੱਚ ਪਾਉਂਡ ਚੱਲ ਰਿਹਾ ਤਾਂ ਪਾਉਂਡ ਹੀ ਹੈ, ਇੰਡੀਆ ਵਿੱਚ ਰੁਪਈਆ ਹੈ ਤਾਂ ਰੁਪਈਆ ਹੀ ਹੈ, ਅਮਰੀਕਾ ਵਿੱਚ ਡਾਲਰ ਤਾਂ ਡਾਲਰ ਹੀ ਹੈ। ਇੱਕ ਦਾ ਪਵਿੱਤਰ ਤੇ ਦੂਜੇ ਦਾ ਅਪਵਿੱਤਰ ਕਿਉਂ? ਕਿਉਂਕਿ ਇੱਕੋ ਜਗ੍ਹਾ ਤੋਂ ਛਪੇ ਨੇ। ਗੱਲ ਕਮਾਈ ਦੀ ਹੈ ਕਿ ਉਹਦੇ ਧਨ ਦੌਲਤ ਪਵਿੱਤਰ ਹੈ, ਜਿਸ ਦੀ ਧਨ ਦੌਲਤ ਕਮਾਉਣ ਦਾ ਢੰਗ ਪਵਿੱਤਰ ਹੈ, ਜੋ ਇਮਾਨਦਾਰੀ ਨਾਲ ਕਮਾ ਰਿਹਾ ਹੈ, ਤਾਂ ਉਹ ਪੈਸਾ ਪਵਿੱਤਰ ਹੈ ਕਿਉਂਕਿ ਉਹਨੇ ਹੇਰਾਫੇਰੀ ਨਹੀਂ ਕੀਤੀ। ਉਹਦਾ ਪੈਸਾ ਪਵਿੱਤਰ ਤਾਂ ਹੈ ਕਿਉਂਕਿ ਉਹਨੂੰ ਸਹੀ ਯੂਜ਼ ਕਰ ਰਿਹਾ ਹੈ, ਕਿਤੇ ਚੋਰੀਆਂ ਬਜ਼ਾਰੀਆਂ ਵਾਸਤੇ ਯੂਜ਼ ਨਹੀਂ ਕਰ ਰਿਹਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਉਹਦਾ ਧਨ ਦੌਲਤ ਸਾਰਾ ਕੁਝ ਪਵਿੱਤਰ ਹੈ। ਤਾਂ ਮੈਂ ਬਾਰ-ਬਾਰ ਇਹ ਬੇਨਤੀ ਕਰ ਰਿਹਾ ਵੀ ਇਸ ਦੁਨੀਆ ਦੇ ਅੰਦਰ ਪੈਸਾ ਮਾੜਾ ਨਹੀਂ ਹੈ, ਕੋਈ ਸ਼ੈ ਇਸ ਦੁਨੀਆ ਵਿੱਚ ਮਾੜੀ ਨਹੀਂ, ਸਿਰਫ ਉਹਦੀ ਵਰਤੋਂ ਅਸੀਂ ਕਿਵੇਂ ਕਰਾਂਗੇ, ਉਹ ਚੀਜ਼ ਉਹਨੂੰ ਮਾੜਿਆਂ ਬਣਾਏਗੀ। ਜੇ ਕੋਈ ਪੈਸਿਆਂ ਨਾਲ ਨਸ਼ਾਖੋਰੀ ਕਰਦਾ ਹੈ, ਰਿਸ਼ਵਤਖੋਰੀ ਨੂੰ ਵਧਾਵਾ ਦਿੰਦਾ ਹੈ, ਕਤਲੋ ਗਾਰਤ ਕਰਾਉਂਦਾ ਹੈ, ਤਾਂ ਉਹਦਾ ਪੈਸਾ ਮਾੜਾ ਹੈ। ਤੇ ਜੇ ਕੋਈ ਪੈਸੇ ਨੂੰ ਠੀਕ ਢੰਗ ਨਾਲ ਕਮਾਉਂਦਾ ਹੈ, ਕਿਸੇ ਦਾ ਸਹਿਯੋਗ ਕਰਦਾ ਹੈ, ਆਪਣੇ ਪਰਿਵਾਰ ਨੂੰ ਪਾਲਦਾ, ਬੱਚਿਆਂ ਨੂੰ ਪੜ੍ਹਾਉਂਦਾ ਹੈ, ਚੰਗੀ ਸਿੱਖਿਆ ਦਿੰਦਾ ਹੈ, ਤਾਂ ਉਹਦਾ ਪੈਸਾ ਪਵਿੱਤਰ ਹੈ। ਗੱਲ ਤਾਂ ਕਮਾਈ ਕਰਨ ਦੀ ਔਰ ਬਜਟ ਨੇ ਨਾ, ਖਰਚ ਦਾ ਬੰਦਾ ਕਿੱਥੇ। ਅਗਲਾ ਬਚਨ ਕਰਦੇ ਨੇ, ਹਰ ਅਰਥ ਜੋ ਖਰਚ ਦੇ ਦੇਂਦੇ ਸੁਖ ਪਾਇਆ। ਹਰ ਅਰਥ ਦਾ ਮਤਲਬ ਜੋ ਰੱਬੀ ਹੁਕਮ ਦੇ ਅੰਦਰ ਖਰਚਦੇ ਨੇ, ਰੱਬ ਦੇ ਲੇਖੇ, ਅਰਥ ਲੇਖੇ, ਲੇਖੇ ਦਾ ਮਤਲਬ ਹੁਕਮ, ਜੋ ਰੱਬੀ ਹੁਕਮ ਵਿੱਚ ਖਰਚਦੇ ਨੇ, ਯਾਨੀ ਜੋ ਸੱਚ ਨੂੰ ਬੇਸ ਬਣਾ ਕੇ ਪੈਸਾ ਕਮਾਉਂਦੇ ਔਰ ਖਰਚਦੇ ਨੇ। ਦੇਂਦੇ ਸੁਖ ਪਾਇਆ, ਦੇਂਦੇ ਦਾ ਮਤਲਬ ਕਿਸੇ ਦਾ ਸਹਿਯੋਗ ਕਰਦੇ ਨੇ ਤਾਂ ਉਹ ਸੁਖ ਪਾਉਂਦੇ ਨੇ। ਹਰ ਅਰਥ ਦਾ ਮਤਲਬ ਜੋ ਰੱਬ ਦੇ ਲੇਖੇ ਖਰਚਦੇ ਨੇ, ਰੱਬ ਦੇ ਲੇਖੇ ਦਾ ਮਤਲਬ ਰੱਬੀ ਹੁਕਮ ਵਿੱਚ ਗੁਰਬਾਣੀ ਅਨੁਸਾਰ ਜੋ ਜ਼ਿੰਦਗੀ ਜੀਂਦੇ ਨੇ, ਸੱਚ ਵਾਸਤੇ, ਪਿਆਰ ਵਾਸਤੇ, ਦਇਆ ਵਾਸਤੇ, ਰੱਬੀ ਹੁਕਮ ਦੇ ਅੰਦਰ ਜੋ ਚੱਲ ਰਹੇ ਨੇ ਔਰ ਖਰਚ ਰਹੇ ਨੇ। ਕਿਉਂਕਿ ਅਸੀਂ ਜ਼ਿੰਦਗੀ ਦੇ ਵਿੱਚ ਪੈਸਾ ਤਾਂ ਖਰਚਣਾ ਹੀ ਹੈ, ਪੈਸੇ ਤੋਂ ਬਿਨਾਂ ਸਾਡੀ ਜ਼ਿੰਦਗੀ ਚੱਲ ਨਹੀਂ ਸਕਦੀ। ਚਾਹੇ ਕੋਈ ਅੰਮ੍ਰਿਤਧਾਰੀ ਹੈ, ਕੋਈ ਗੈਰ ਅੰਮ੍ਰਿਤਧਾਰੀ ਹੈ, ਕੋਈ ਨਿਤਨੇਮ ਕਰਦਾ ਹੈ, ਨਹੀਂ ਕਰਦਾ, ਕੋਈ ਪਾਪੀ ਹੈ, ਕੋਈ ਪੁੰਨੀ ਹੈ, ਕੋਈ ਧਰਮੀ ਹੈ, ਅਧਰਮੀ ਹੈ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਇਸਤਰੀਆਂ, ਪੁਰਸ਼, ਪੈਸੇ ਤੇ ਸਾਰਿਆਂ ਨੇ ਖਰਚਣੇ ਨੇ। ਕਿਉਂਕਿ ਪੈਸੇ ਖਰਚਣ ਤੋਂ ਬਿਨਾਂ ਜ਼ਿੰਦਗੀ ਚੱਲਦੀ ਨਹੀਂ। ਜੇ ਖੰਡ ਲੈਣ ਜਾਣਾ ਹੈ, ਤੁਸੀਂ ਜਾਓ ਜਾਂ ਮੈਂ ਜਾਵਾਂ ਜਾਂ ਕੋਈ ਹੋਰ ਜਾਵੇ, ਤੇ ਦੁਕਾਨਦਾਰ ਨੇ ਤਾਂ ਪੈਸੇ ਲੈ ਕੇ ਖੰਡ ਦੇਣੀ ਹੈ। ਖੰਡ ਜਿਹੜੀ ਹੈ, ਚੀਨੀ ਹੈ ਜਾਂ ਪੱਤੀ ਹੈ ਜਾਂ ਹਲਦੀ ਹੈ ਜਾਂ ਜਿਹੜਾ ਵੀ ਸਮਾਨ ਜੋ ਵੀ ਖਰੀਦਣਾ ਹੈ, ਕਾਰ ਬੱਸ ਜੋ ਵੀ ਖਰੀਦਣਾ, ਪੈਸੇ ਤੋਂ ਬਿਨਾਂ ਨਹੀਂ ਮਿਲਦੀ।
ਲੇਕਿਨ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਵਿਕਾਰ ਨੇ, ਪਾਪ ਨੇ, ਅਪਰਾਧ ਨੇ, ਪੈਸਾ ਉਹ ਵੀ ਖਰਚ ਰਹੇ ਨੇ ਪਰ ਉਹ ਆਤਮਿਕ ਮੌਤ ਤੇ ਮਰੇ ਹੋਏ ਨੇ। ਉਹਨਾਂ ਦੀ ਜ਼ਿੰਦਗੀ ਚੋਂ ਇਨਸਾਨੀਅਤ ਖਤਮ ਹੋ ਗਈ ਹੈ, ਮਾਨਸਿਕ ਪਰੇਸ਼ਾਨੀਆਂ ਹੰਢਾਉਂਦੇ ਨੇ। ਲੇਕਿਨ ਜਿਨ੍ਹਾਂ ਨੇ ਸੱਚ ਨੂੰ ਬੇਸ ਬਣਾ ਕੇ ਪੈਸਾ ਕਮਾਇਆ ਹੈ, ਜਿਹੜੇ ਜੀਵਨ ਨੂੰ ਸੱਚ ਦੇ ਆਧਾਰ ਤੇ ਜੀ ਰਹੇ ਨੇ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਹੈ। ਉਹ ਜਗਤ ਦਾ ਭਲਾ ਵੀ ਚਾਹੁੰਦੇ ਨੇ, ਲੋਕਾਂ ਦੀ ਹੈਲਪ ਵੀ ਕਰਦੇ ਨੇ, ਉਹ ਇਨਸਾਨ ਸੁਖ ਮੰਨਦੇ ਨੇ, ਉਹ ਮਾਨਸਿਕ ਤੌਰ ਤੇ ਸ਼ਾਂਤ ਰਹਿੰਦੇ ਨੇ। ਜੋ ਹਰ ਨਾਮ ਧਿਆਇਂਦੇ ਤਿਨ ਤੋਟ ਨਾ ਆਇਆ। ਹਰ ਨਾਮ ਦਾ ਮਤਲਬ ਰੱਬ ਦਾ ਹੁਕਮ, ਰੱਬੀ ਗੁਣ। ਧਿਆਇਂਦੇ ਦਾ ਮਤਲਬ ਜੋ ਧਿਆਨ ਵਿੱਚ ਰੱਖਦੇ ਨੇ, ਜਿਨ੍ਹਾਂ ਦੀ ਲਗਨ ਰੱਬੀ ਗੁਣਾਂ ਵਿੱਚ ਹੈ, ਜਿਨ੍ਹਾਂ ਦੀ ਲਗਨ ਰੱਬੀ ਹੁਕਮ ਵਿੱਚ, ਜੋ ਨਾਮ ਅਨੁਸਾਰ, ਹੁਕਮ ਅਨੁਸਾਰ ਜ਼ਿੰਦਗੀ ਜੀਂਦੇ ਨੇ। ਤਿੰਨ ਤੋਟ ਨਾ ਆਇਆ, ਉਹਨਾਂ ਦੇ ਆਤਮਿਕ ਜੀਵਨ ਦੇ ਅੰਦਰ ਕਦੇ ਕਮੀ ਨਹੀਂ ਆਉਂਦੀ, ਉਹਨਾਂ ਦੇ ਸੁੱਖਾਂ ਵਿੱਚ ਕਦੇ ਕਮੀ ਨਹੀਂ ਆਉਂਦੀ, ਉਹਨਾਂ ਦੇ ਆਤਮਿਕ ਜੀਵਨ ਵਿੱਚ ਕਦੇ ਗਿਰਾਵਟ ਨਹੀਂ ਆਉਂਦੀ, ਉਹਨਾਂ ਨੂੰ ਕਦੇ ਕਮੀ ਨਹੀਂ ਹੁੰਦੀ ਸੁੱਖਾਂ ਦੀ। ਉਹ ਆਰਿਆਂ ਦੇ ਨਾਲ ਚਿਰਦੇ ਵੀ ਜੈਕਾਰੇ ਗਾਉਂਦੇ ਨੇ, ਉਹ ਆਰਿਆਂ ਦੇ ਨਾਲ ਚਿਰਦੇ ਹੋਏ ਵੀ ਸੁਖੀ ਔਰ ਸ਼ਾਂਤ ਨੇ, ਭਾਣੇ ਵਿੱਚ ਨੇ, ਰਜ਼ਾ ਵਿੱਚ ਨੇ। ਝੌਂਪੜੀਆਂ ਵਿੱਚ ਵਸਤੇ ਵੀ ਉਹ ਖੁਸ਼ ਨੇ। ਪਰ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸੱਚ ਨਹੀਂ, ਇਨਸਾਨੀਅਤ ਨਹੀਂ, ਉਹ ਲੋਕ ਮਹਿਲਾਂ ਦੇ ਅੰਦਰ ਬੈਠੇ ਵੀ ਪਰੇਸ਼ਾਨ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ, ਜੋ ਰੱਬੀ ਰਜ਼ਾ ਵਿੱਚ ਚੱਲਦੇ ਨੇ, ਰੱਬੀ ਸਿਫਤ ਸਲਾਹ ਕਰਦੇ ਨੇ, ਰੱਬੀ ਗੁਣਾਂ ਦੇ ਧਾਰਨੀ ਹੁੰਦੇ ਨੇ, ਉਹਨਾਂ ਨੂੰ ਕਦੇ ਵੀ ਸੁੱਖਾਂ ਦੀ ਤੋਟ ਨਹੀਂ ਆਉਂਦੀ, ਖੁਸ਼ੀਆਂ ਦੀ ਤੋਟ ਨਹੀਂ ਆਉਂਦੀ। ਗੁਰਮੁਖਾਂ ਨਦਰੀ ਆਮਦਾ ਮਾਇਆ ਸੁੱਟ ਪਾਇਆ। ਸੁੱਟ ਪਾਇਆ ਦਾ ਮਤਲਬ ਸੁੱਟ ਦਿੰਦੇ ਨੇ, ਹੱਥੋਂ ਸੁੱਟ ਦਿੰਦੇ ਨੇ। ਗੁਰੂ ਦੇ ਜੋ ਅਨੁਸਾਰੀ ਨੇ, ਨਦਰੀ ਆਮਦਾ ਦਾ ਮਤਲਬ ਉਹਨਾਂ ਨੂੰ ਆਤਮਿਕ ਜੀਵਨ ਦੀ ਸੂਝ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਇਹ ਗੱਲ ਸਾਫ਼ ਦਿਸਦੀ ਹੈ, ਨਦਰੀ ਆਮਦਾ ਉਹਨਾਂ ਨੂੰ ਆਤਮਿਕ ਜੀਵਨ ਦਾ ਰਾਸਤਾ ਬਿਲਕੁਲ ਨਜ਼ਰੀ ਪੈਂਦਾ ਹੈ। ਦੂਜੀ ਗੱਲ, ਨਦਰੀ ਆਮਦਾ ਦਾ ਮਤਲਬ ਉਹ ਪ੍ਰਭੂ ਨੂੰ ਚਾਰ ਚਫੇਰੇ ਵਸਦਿਆਂ ਹੋਇਆਂ ਵੇਖਦੇ ਨੇ, ਉਹਨਾਂ ਨੂੰ ਨਜ਼ਰੀ ਪੈ ਰਿਹਾ ਹੈ, ਉਹ ਵੇਖ ਰਹੇ ਨੇ ਇੱਕ ਰੱਬ ਨੂੰ ਚਾਰ ਚਫੇਰੇ ਪਸਰਿਆ ਹੋਇਆ। ਉਹਨਾਂ ਨੂੰ ਆਤਮਿਕ ਜੀਵਨ ਦਾ ਰਾਹ ਵੀ ਨਜ਼ਰੀ ਪੈਂਦਾ ਹੈ। ਕਿਹਨਾਂ ਨੂੰ? ਜੋ ਗੁਰਮੁਖ ਨੇ। ਮਾਇਆ ਸੁੱਟ ਪਾਇਆ ਤੇ ਉਹ ਮਾਇਆ ਨੂੰ ਸੁੱਟ ਦਿੰਦੇ ਨੇ। ਹੁਣ ਜੇ ਇੱਥੇ ਅਰਥ ਮਾਇਆ ਦਾ ਸਿਰਫ ਪੈਸਾ ਕਰੀਏ ਤਾਂ ਕੀ ਜਿਹੜੇ ਗੁਰਮੁਖ ਨੇ ਉਹ ਪੈਸੇ ਨੂੰ ਸੁੱਟ ਦਿੰਦੇ ਨੇ, ਉਹ ਆਪਣੀ ਪ੍ਰਾਪਰਟੀ ਨੂੰ ਛੱਡ ਦਿੰਦੇ ਨੇ, ਜਾਂ ਉਹਨਾਂ ਨੂੰ ਪ੍ਰਾਪਰਟੀ ਛੱਡ ਦੇਣੀ ਚਾਹੀਦੀ ਹੈ? ਐਸਾ ਨਹੀਂ ਹੈ। ਮਾਇਆ ਨੂੰ ਸੁੱਟ ਦਿੰਦੇ ਨੇ। ਮਾਇਆ ਦਾ ਮਤਲਬ ਭੈੜੀ ਸੋਚ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਉਹ ਸੋਚ ਜੋ ਸਾਨੂੰ ਹਰ ਇਨਸਾਨ ਵਿੱਚ ਰੱਬ ਨੂੰ ਹੀ ਵੇਖਣ ਦਿੰਦੀ, ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਹ ਇਸ ਸੋਚ ਨੂੰ ਸੁੱਟ ਦਿੰਦੇ ਨੇ ਆਪਣੇ ਅੰਦਰੋਂ। ਉਹ ਇਸ ਸੋਚ ਨੂੰ ਛੱਡ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਚਾਰ ਚਫੇਰੇ ਸੱਚ ਨਦਰੀ ਪੈ ਰਿਹਾ ਹੁੰਦਾ ਹੈ। ਨਾਨਕ ਭਗਤਾਂ ਹੋਰ ਚਿੱਤ ਨਾ ਆਵਈ, ਹਰ ਨਾਮ ਸਮਾਇਆ। ਚਿੱਤ ਦਾ ਮਤਲਬ ਚਿੱਤ ਵਿੱਚ, ਆਵਈ ਦਾ ਮਤਲਬ ਆਉਂਦਾ ਹੈ, ਨਾਮ ਦਾ ਮਤਲਬ ਨਾਮ ਵਿੱਚ, ਰੱਬੀ ਹੁਕਮ ਵਿੱਚ। ਹੇ ਨਾਨਕ, ਜੋ ਭਗਤ ਨੇ, ਰੱਬ ਦੇ ਪਿਆਰੇ ਨੇ। ਭਗਤ ਕੌਣ ਨੇ? ਜਿਹੜੇ ਗੁਣਾਂ ਦੇ ਧਾਰਨੀ ਨੇ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦੇ ਆਪ ਵੰਡਾਏ, ਉਹ ਐਸਾ ਭਗਤ ਸਦਾਏ। ਜਿਹੜੇ ਐਸੇ ਇਨਸਾਨ ਨੇ, ਹੋਰ ਚਿੱਤ ਨਾ ਆਵਈ, ਉਹਨਾਂ ਨੂੰ ਰੱਬ ਤੋਂ ਬਿਨਾਂ ਹੋਰ ਕੁਛ ਚਿੱਤ ਵਿੱਚ ਨਹੀਂ ਆਉਂਦਾ। ਰੱਬੀ ਗੁਣਾਂ ਤੋਂ ਬਿਨਾਂ ਉਹਨਾਂ ਦੇ ਚੇਤੇ ਵਿੱਚ ਹੋਰ ਕੁਛ ਨਹੀਂ ਹੈ। ਉਹਨਾਂ ਦੀ ਸੋਚ ਵਿੱਚ ਰੱਬੀ ਗੁਣਾਂ ਤੋਂ ਬਿਨਾਂ ਕੁਛ ਨਹੀਂ ਹੈ। ਚੁਗਲੀ, ਨਿੰਦਾ, ਝੂਠ, ਫਰੇਬ, ਹੰਕਾਰ ਉਹਨਾਂ ਦੇ ਚਿੱਤ ਵਿੱਚ ਹੀ ਨਹੀਂ ਕਦੇ ਆਉਂਦਾ। ਉਹਨਾਂ ਦੇ ਚਿੱਤ ਵਿੱਚ ਸਿਰਫ ਇੱਕ ਹੈ। ਉਹਨਾਂ ਦੇ ਚਿੱਤ ਅੰਦਰ ਸੱਚਾਈ ਹੈ, ਦਇਆ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ। ਹਰ ਨਾਮ ਸਮਾਇਆ, ਤੇ ਉਹ ਹਰੀ ਨਾਮ ਦੇ ਅੰਦਰ, ਰੱਬੀ ਹੁਕਮ ਦੇ ਅੰਦਰ ਹੀ ਸਮਾ ਜਾਂਦੇ ਨੇ। ਰੱਬੀ ਹੁਕਮ ਦੇ ਅੰਦਰ ਉਹ ਲੀਨ ਰਹਿੰਦੇ ਨੇ। ਰੱਬੀ ਗੁਣਾਂ ਦੇ ਅੰਦਰ ਉਹ ਹਮੇਸ਼ਾ ਹਮੇਸ਼ਾ ਵਾਸਤੇ ਸਮਾਏ ਰਹਿੰਦੇ ਨੇ। ਉਹਨਾਂ ਨੂੰ ਹੀ ਰੱਬ ਦੇ ਪਿਆਰੇ ਕਹਿੰਦੇ ਨੇ, ਉਹੀ ਰੱਬ ਦੇ ਭਗਤ ਨੇ, ਕਿਉਂਕਿ ਉਹਨਾਂ ਨੂੰ ਰੱਬ ਤੋਂ ਬਿਨਾਂ, ਰੱਬੀ ਗੁਣਾਂ ਤੋਂ ਬਿਨਾਂ ਕੁਛ ਚੇਤੇ ਹੀ ਨਹੀਂ ਆਉਂਦਾ। ਉਹ ਰੱਬੀ ਗੁਣਾਂ ਦੇ ਅੰਦਰ ਸਦਾ ਸਦਾ ਵਾਸਤੇ ਸਮਾਏ ਰਹਿੰਦੇ ਨੇ। ਤਾਂ ਐਸੀ ਜ਼ਿੰਦਗੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿੱਤੀ ਹੈ। ਵਿਕਾਰਾਂ ਨੂੰ, ਪਾਪਾਂ ਨੂੰ, ਅਪਰਾਧਾਂ ਨੂੰ, ਮਨਮਤਾਂ ਨੂੰ, ਕਰਮ ਕਾਂਡਾਂ ਨੂੰ ਛੱਡ ਕੇ, ਵਿਖਾਵੇ ਵਾਲੇ ਜੀਵਨ ਨੂੰ ਛੱਡ ਕੇ,
ਤਨ ਮਨ ਕਰਕੇ ਸੱਚੇ ਹੋਣਾ ਹੈ, ਮਨ ਵਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ ਹੈ, ਸ਼ੁਭ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਰਤ ਔਰ ਤੀਰਥ ਆਦਿਕ ਬਣਾਉਣਾ ਹੈ, ਰੱਬੀ ਰਜ਼ਾ ਦੇ ਅੰਦਰ ਤੁਰਨਾ ਹੈ ਔਰ ਗੁਣਾਂ ਦੇ ਅੰਦਰ ਸਮਾ ਕੇ ਗੁਣੀ ਪ੍ਰਭੂ ਦਾ ਹੀ ਰੂਪ ਹੋ ਜਾਣਾ ਹੈ। ਤਾਂ ਅੱਜ ਦੇ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਆਪ ਸਵਾਲ ਕਰ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਅੱਜ ਦੀ ਇਸ ਵਿਚਾਰ ਵਿੱਚ ਕੋਈ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਵਿਊਜ਼ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ